ਤਮ ਜਾਤ ਸਦਾਇਂਦੇ ਤਿਨ ਮੰਗਾਂ ਜੇ ਤੁਜੈ ਧਿਆਇਂਦੇ। ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਵਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ। ਤੁਧ ਡਿਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ। ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵੇਸਾ। ਵਾਹਿਗੁਰੂ ਜੀ ਪੋਖ ਤੁਖਾਰ ਨਾ ਵਿਆਪਈ। ਕੰਠ ਮਿਲਿਆ ਹਰ ਨਾਹ ਮਨ ਵਿਦਿਆ ਚਰਨਾਰ ਬਿੰਦ। ਦਰਸ਼ਨ ਲੱਗੜਾ ਸਾਹ ਪੋਖ ਤੁਖਾਰ ਨਾ ਵਿਆਪਈ। ਕੰਠ ਮਿਲਿਆ ਹਰ ਨਾਹ ਮਨ ਵਿਦਿਆ ਚਰਨਾਰ ਬਿੰਦ। ਦਰਸ਼ਨ ਲੱਗੜਾ ਸਾਹ ਓਟ ਗੋਬਿੰਦ ਗੋਪਾਲ ਰਾਏ। ਸੇਵਾ ਸੁਆਮੀ ਲਾਹ ਵਿਖਿਆ ਪੋਹ ਨ ਸਕਈ। ਮਿਲ ਸਾਧੂ ਗੁਣ ਗਾਹੋ ਜਹ ਤੇ ਉਪਜੀ ਤਹ ਮਿਲੀ। ਸੱਚੀ ਪ੍ਰੀਤ ਸਮਾਹ ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨ ਵਿਛੜਿਆ। ਬਾਰ ਜਾਉ ਲਖ ਬੇਰੀਆਂ ਹਰ ਸੱਜਣ ਅਗਮ ਅਗਾਹ। ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ। ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ। ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ। ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਸਰਬ ਸੁੱਖਾਂ ਦੇ ਦਾਤੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਗੁਰੂ ਕੀ ਹਜ਼ੂਰੀ 'ਚ ਬੈਠ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਬਾਰਾਂਮਾਹ ਦੇ ਵਿੱਚੋਂ ਗੁਰੂ ਕੇ ਇਹ ਅਮੋਲ ਬਚਨ ਆਪ ਜੀ ਸਰਵਣ ਕਰ ਰਹੇ ਸੀ। ਸਮਾਂ ਆਪਣੀ ਚਾਲ ਦੇ ਨਾਲ ਤੁਰਿਆ ਜਾ ਰਿਹਾ ਹੈ। ਸਮੇਂ ਦੀ ਚਾਲ ਦੇ ਨਾਲ ਰੁੱਤਾਂ ਬਦਲਦੀਆਂ ਨੇ। ਰੁੱਤਾਂ ਦਾ ਪ੍ਰਭਾਵ ਬਨਸਪਤੀ ਦੇ ਉੱਪਰ ਪੈਂਦਾ ਹੈ। ਆਪਾਂ ਦੇਖਦੇ ਹਾਂ ਗਰਮੀਆਂ ਦੀ ਰੁੱਤ ਆਉਂਦੀ ਹੈ, ਚਾਰ ਸਫੇਰੇ ਬਨਸਪਤੀ ਸੜ ਸੁੱਕ ਜਾਂਦੀ ਹੈ। ਵਰਖਾ ਦੀ ਰੁੱਤ ਦੇ ਵਿੱਚ ਫਿਰ ਬਨਸਪਤੀ ਮੌਲਦੀ ਹੈ, ਹਰਿਆਵਲ ਹੋ ਜਾਂਦੀ ਹੈ। ਠੰਡ ਆਉਂਦੀ ਹੈ, ਕੱਕਰ ਪੈਂਦਾ ਹੈ। ਉਹ ਕੱਕਰ ਦੇ ਨਾਲ ਚਾਰ ਸਫੇਰੇ ਆਪਾਂ ਦੇਖਦੇ ਬਨਸਪਤੀ ਦੇ ਪੱਤੇ ਫਿਰ ਚੜ੍ਹ ਜਾਂਦੇ ਨੇ। ਇਹ ਕੁਦਰਤ ਦਾ ਇੱਕ ਨਿਯਮ ਜਿਹੜਾ ਹੈ ਸਦੀਆਂ ਤੋਂ ਆਦਿ ਤੋਂ ਇਵੇਂ ਚੱਲ ਰਿਹਾ ਹੈ।
ਜਿਵੇਂ ਬਾਹਰਲੀ ਜ਼ਿੰਦਗੀ ਦੇ ਵਿੱਚ ਧਰਤੀ ਦੇ ਉੱਪਰ ਰੁੱਤਾਂ ਬਦਲਦੀਆਂ ਨੇ, ਰੁੱਤਾਂ ਦਾ ਪ੍ਰਭਾਵ ਪੈਂਦਾ ਹੈ। ਮਨੁੱਖ ਦੇ ਅੰਦਰੂਨੀ ਜੀਵਨ 'ਚ ਵੀ ਰੁੱਤਾਂ ਬਦਲਦੀਆਂ ਰਹਿੰਦੀਆਂ ਨੇ। ਕਦੀ ਅਸੀਂ ਬੜੇ ਪ੍ਰਸੰਨ ਹੁੰਦੇ ਹਾਂ, ਕਦੀ ਅਸੀਂ ਬੜੇ ਗਮਗੀਨ ਹੋ ਜਾਂਦੇ ਹਾਂ, ਕਦੀ ਅਸੀਂ ਬੜੇ ਦਿਆਲੂ ਹੋ ਜਾਂਦੇ ਹਾਂ, ਕਦੀ ਆਪਾਂ ਬੜੇ ਕੰਜੂਸ ਜਿਹੇ ਹੋ ਜਾਂਦੇ ਹਾਂ। ਉਤਰਾਅ ਚੜ੍ਹਾਅ ਮਨੁੱਖ ਦੀ ਜ਼ਿੰਦਗੀ 'ਚ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸਾਨੂੰ ਇੱਕ ਅਜਿਹੀ ਅਵਸਥਾ ਦੇਣ ਦੇ ਸਮਰੱਥ ਹੈ ਜਿੱਥੇ ਪਹੁੰਚ ਕੇ ਮਨੁੱਖ ਦੇ ਉੱਪਰ ਰੁੱਤਾਂ ਦਾ ਕੋਈ ਅਸਰ ਪਏ ਨਾ। ਬਾਬਾ ਫਰੀਦ ਸਾਹਿਬ ਜੀ ਦਾ ਬਚਨ ਸ਼ਰਵਣ ਕਰੇ ਸੀ ਗੁਰੂ ਕੇ ਕੀਰਤਨੀਆਂ ਪਾਸੋਂ, ਫਰੀਦਾ ਰੁੱਤ ਫਿਰੀ ਵਣ ਕੰਬਿਆ, ਪਤ ਚੜੇ ਚੜ ਪਾਹੇ, ਚਾਰੇ ਕੁੰਡਾਂ ਧੁੰਡੀਆਂ ਰਹਿਣ ਕੇ ਥਾਉ ਨਾਹੀ। ਭਗਤ ਸਾਹਿਬ ਜੀ ਕਹਿੰਦੇ ਕਿ ਰੁੱਤ ਜਦੋਂ ਬਦਲਦੀ ਹੈ ਨਾ, ਵੱਡੇ ਵੱਡੇ ਦਰਖਤ ਕੰਬ ਜਾਂਦੇ ਨੇ, ਜੰਗਲ ਕੰਬ ਜਾਂਦੇ ਨੇ, ਦਰਖਤਾਂ ਦੇ ਪੱਤੇ ਐ ਝੜ ਜਾਂਦੇ ਨੇ, ਦਰਖਤ ਖਾਲੀ ਹੋ ਜਾਂਦੇ ਨੇ। ਗੱਲ ਦਰਖਤਾਂ ਦੀ ਨਹੀਂ ਹੈ, ਦੁਨੀਆ 'ਚ ਕਿਤੇ ਵੀ ਤੁਸੀਂ ਨਜ਼ਰ ਮਾਰ ਲਓ, ਭਾਵੇਂ ਬਾਹਰਲੀ ਅਵਸਥਾ ਹੈ ਭਾਵੇਂ ਅੰਦਰੂਨੀ ਅਵਸਥਾ ਹੈ, ਸਦਾ ਇੱਕੋ ਜਿਹੀ ਨਹੀਂ ਰਹਿਣੀ, ਇਹ ਬਦਲਦੀ ਰਹਿੰਦੀ ਹੈ। ਵਾਹਿਗੁਰੂ ਜੀ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਕਿ ਅਸੀਂ ਜ਼ਿੰਦਗੀ ਦੇ ਅੰਦਰ ਪਰਮ ਮਨੁੱਖ ਬਣ ਸਕੀਏ। ਜ਼ਿੰਦਗੀ ਦੀ ਜੋ ਉੱਚੀ ਅਵਸਥਾ ਜਿਹਨੂੰ ਜੀਵਨ ਪਦਵੀ ਕਿਹਾ ਹੈ, ਪਰਮ ਪਦਵੀ ਕਿਹਾ ਹੈ, ਉਸ ਪਦਵੀ ਨੂੰ ਅਸੀਂ ਮਾਣ ਸਕੀਏ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ 12 ਮਾਹ 2 ਥਾਂ ਤੇ ਅੰਕਿਤ ਹੈ। ਤੁਖਾਰੀ ਰਾਗ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਰਚਨਾ, ਮਾਝ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਪਵਿੱਤਰ ਰਚਨਾ, ਜਿਸ ਦੇ ਵਿੱਚੋਂ ਆਪ ਜੀ ਇਹ ਗੁਰੂ ਕੇ ਅਮੋਲ ਬਚਨ ਸਰਵਣ ਕਰੇ ਸੀ। ਜਿਵੇਂ ਦਿਨਾਂ ਦੇ ਨਾਮ ਰੱਖੇ ਨੇ ਬਜ਼ੁਰਗਾਂ ਨੇ, ਤਿਵੇਂ ਮਹੀਨਿਆਂ ਦੇ ਨਾਮ ਰੱਖੇ ਹੋਏ ਨੇ, ਔਰ ਇਸੇ ਤਰੀਕੇ ਨਾਲ ਯੁੱਗਾਂ ਦੇ ਨਾਮ ਹੀ ਰੱਖੇ ਹੋਏ ਨੇ। ਇਹ ਸਮੇਂ ਨੂੰ ਮਾਪਣ ਦਾ, ਜਾਣਨ ਦਾ ਇੱਕ ਪੈਮਾਨਾ ਹੈ, ਕੈਲੰਡਰ ਹੈ। ਦੇਖੋ, ਕੈਲੰਡਰ ਅਨੁਸਾਰ ਮਹੀਨੇ ਬਦਲਦੇ ਨੇ, ਪਰ ਮਹੀਨੇ ਬਦਲਦੇ ਨਾਲ ਕੋਈ ਮਨੁੱਖ ਦਾ ਧਰਮ ਨਹੀਂ ਬਦਲ ਜਾਂਦਾ। ਜਾਂ ਯੁੱਗ ਬਦਲਦੇ ਨਾਲ ਇਹ ਨਹੀਂ ਹੈ ਕਿ ਧਰਮ ਬਦਲ ਜਾਏਗਾ, ਕਿ ਪਹਿਲੇ ਯੁੱਗ 'ਚ ਧਰਮ ਕੁਝ ਹੋਰ ਸੀ, ਹੁਣ ਯੁੱਗ 'ਚ ਕੋਈ ਧਰਮ ਹੋਰ ਹੈ। ਧਰਮ ਮਨੁੱਖ ਦਾ ਹਮੇਸ਼ਾ ਹੀ ਇੱਕੋ ਹੀ ਰਿਹਾ ਹੈ। ਉਹ ਧਰਮ ਹੈ ਇਨਸਾਨੀਅਤ, ਉਹ ਤੋਂ ਹੈ ਰੱਬੀ ਗੁਣਾਂ ਨੂੰ ਹਿਰਦੇ 'ਚ ਧਾਰਨ ਕਰਨਾ। ਪਰ ਮਨੁੱਖ ਦੇ ਉੱਪਰ ਮਾਇਆ ਦਾ ਪ੍ਰਭਾਵ ਹੀ ਇਹੋ ਜਿਹਾ ਪੈਂਦਾ ਹੈ। ਜਿਵੇਂ ਠੰਡ ਹੈ, ਹੁਣ ਪੋਹ ਦਾ ਮਹੀਨਾ, ਅਤ ਸਰਦੀ ਦੀ ਰੁੱਤ ਹੈ, ਕੱਕਰ ਪਏਗਾ, ਬਰਫ਼ ਪਏਗੀ। ਪਹਾੜਾਂ ਦੇ ਵਿੱਚ ਆਪਾਂ ਦੇਖਦੇ ਬਰਫ਼ ਪੈਣੀ ਸ਼ੁਰੂ ਹੋ ਗਈ ਹੈ, ਕੋਰਾ ਜੰਮਣਾ ਸ਼ੁਰੂ ਹੋ ਜਾਏਗਾ। ਕੋਰੇ ਦੇ ਨਾਲ ਹੱਥ ਸਾਡੇ ਠਰ ਜਾਂਦੇ ਨੇ। ਜਿੱਥੇ ਵੀ ਠੰਡ ਦਾ ਅਸਰ ਪੈ ਜਾਏ, ਸਾਡਾ ਉਹ ਸਰੀਰ ਐਨ ਠਰ ਜਾਂਦਾ ਹੈ, ਕਠੋਰ ਹੋ ਜਾਂਦਾ ਹੈ। ਜਿਸ ਥਾਂ ਤੇ ਠੰਡ ਦਾ ਅਸਰ ਪੈ ਜਾਏ, ਜਿਹੜਾ ਸਰੀਰ ਠੰਡ ਦੇ ਅਸਰ ਨਾਲ ਕਠੋਰ ਹੋ ਜਾਏ, ਤੁਸੀਂ ਦੇਖੋਗੇ ਉਹਦੇ ਵਿੱਚੋਂ ਨਾ ਮਹਿਸੂਸ ਕਰਨ ਵਾਲੀ ਗੱਲ ਖਤਮ ਹੋ ਜਾਂਦੀ ਹੈ। ਠੰਡਾ ਹੱਥ ਹੋਏ ਨਾ, ਐਨ ਉਂਗਲਾਂ ਠਰੀਆਂ ਹੋਣ, ਉਹਦੇ ਉੱਪਰ ਤੁਸੀਂ ਕੋਈ ਚੀਜ਼ ਮਾਰੋ ਪਤਾ ਹੀ ਨਹੀਂ ਲੱਗਦਾ, ਸੱਟ ਹੀ ਨਹੀਂ ਲੱਗਦੀ। ਉਹ ਇੰਨੀਆਂ ਸੁੰਨ ਹੋ ਜਾਂਦੀਆਂ ਨੇ ਕਿ ਉਹਦੇ ਵਿੱਚੋਂ ਮਹਿਸੂਸ ਕਰਨ ਦੀ ਜੋ ਤਾਕਤ ਹੈ ਉਹ ਰੁਕ ਜਾਂਦੀ ਹੈ। ਇਹ ਤੇ ਇੱਕ ਬਾਹਰਲੀ ਠੰਡ ਦਾ ਹੈ। ਮਨੁੱਖ ਦੇ ਉੱਪਰ ਜਦੋਂ ਮਾਇਆ ਦਾ ਅਸਰ ਵਰਤਦਾ ਹੈ, ਮਾਇਆ ਦਾ ਪ੍ਰਭਾਵ ਪੈਂਦਾ ਹੈ, ਮਨੁੱਖ ਅੰਦਰੋਂ ਸੁੰਨ ਹੋ ਜਾਂਦਾ ਹੈ, ਮਨੁੱਖ ਅੰਦਰੋਂ ਕਠੋਰ ਹੋ ਜਾਂਦਾ ਹੈ। ਜਿਸ ਮਨੁੱਖ ਤੇ ਮਾਇਆ ਦਾ ਪ੍ਰਭਾਵ ਪੈਂਦਾ, ਉਹ ਪਤਾ ਕਿਹੋ ਜਿਹਾ ਬਣ ਜਾਂਦਾ ਹੈ? ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋੜਾ। ਰੁੱਤਾਂ ਜ਼ਰੂਰੀ ਨੇ, ਠੰਡ ਵੀ ਬਹੁਤ ਜ਼ਰੂਰੀ ਹੈ, ਗਰਮੀ ਬਹੁਤ ਜ਼ਰੂਰੀ ਹੈ, ਵਰਖਾ ਬੜੀ ਜ਼ਰੂਰੀ ਹੈ। ਮਨੁੱਖ ਦੀ ਜ਼ਿੰਦਗੀ ਜਾਂ ਇਹ ਧਰਤੀ ਦੀ ਹਰਿਆਵਲ ਇਹਨਾਂ ਰੁੱਤਾਂ ਕਰਕੇ ਹੈ, ਖੂਬਸੂਰਤੀ ਇਹਨਾਂ ਰੁੱਤਾਂ ਕਰਕੇ ਹੈ। ਔਰ ਜੋ ਕੁਝ ਪ੍ਰਮਾਤਮਾ ਨੇ ਬਣਾਇਆ ਬਹੁਤ ਵਧੀਆ ਹੈ। ਇਹ ਤੇ ਸਾਡੀ ਇੱਕ ਕਮਜ਼ੋਰੀ ਹੈ ਕਿ ਆਪਾਂ ਠੰਡ ਆ ਜਾ ਕੇ ਜੀ ਬੜੀ ਠੰਡ ਪਈ ਯਾਰ, ਤੇ ਕਹਿਰੀ ਵਰਤ ਗਿਆ। ਤੁਸੀਂ ਕਦੀ ਟੈਲੀਵਿਜ਼ਨ ਚੈਨਲਾਂ ਤੇ ਆ ਬੀਬੀਆਂ ਨੂੰ ਦੇਖਿਆ ਕਰੋ, ਜਦੋਂ ਜ਼ੋਰ ਲਗਾਏ ਇਸ ਵਾਰੀ ਇਤਨੀ ਠਰਦੀ ਪਏਗੀ ਕਿ ਧਰਤੀ ਜੰਮ ਜਾਏਗੀ, ਬਰਫ਼ ਜੰਮ ਜਾਏਗੀ, ਤੇ ਮਾੜੀ ਜੀ ਗਰਮੀ ਪੈ ਜੇ ਧਰਤੀ ਸੜ ਜਾਏਗੀ, ਧਰਤੀ ਫਟ ਜਾਏਗੀ, ਨਦੀਆਂ ਸੁੱਕ ਜਾਣਗੀਆਂ। ਉਹ ਦਰਅਸਲ ਲੋਕਾਂ ਦੇ ਅੰਦਰ ਇੱਕ ਡਰ ਪੈਦਾ ਕਰਨਾ ਚਾਹੁੰਦੇ ਨੇ। ਉਹਨਾਂ ਨੂੰ ਕੋਈ ਨਹੀਂ ਪਤਾ ਕੀ ਹੋਣਾ ਅੱਗੇ। ਇਸ ਕਰਕੇ ਇਹ ਰੁੱਤਾਂ ਬਹੁਤ ਜ਼ਰੂਰੀ ਨੇ। ਠੰਡ ਬਹੁਤ ਜ਼ਰੂਰੀ ਹੈ, ਗਰਮੀ ਬਹੁਤ ਜ਼ਰੂਰੀ ਹੈ, ਵਰਖਾ ਬਹੁਤ ਜ਼ਰੂਰੀ ਹੈ। ਹਰ ਰੁੱਤ ਦੀ ਆਪਣੀ ਵਡਿਆਈ ਹੈ, ਹਰ ਰੁੱਤ ਦਾ ਆਪਣਾ ਸੁੱਖ ਹੈ, ਹਰ ਰੁੱਤ ਦੀ ਆਪਣੀ ਮਹਾਨਤਾ ਹੈ। ਪਰ ਇਹਨਾਂ ਰੁੱਤਾਂ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਵਿਚਰਨਾ ਆ ਜਾਏ, ਉਹ ਹਰ ਰੁੱਤ ਦੀ ਮੌਜ ਮਾਣਦੇ ਨੇ। ਜਿਵੇਂ ਬਾਹਰਲੀਆਂ ਰੁੱਤਾਂ ਬਹੁਤ ਜ਼ਰੂਰੀ ਨੇ, ਮਾਇਆ ਬਹੁਤ ਜ਼ਰੂਰੀ ਹੈ। ਮਾਇਆ ਤੋਂ ਬਿਨਾਂ ਮਨੁੱਖ ਦੀ ਜ਼ਿੰਦਗੀ ਚੱਲ ਹੀ ਨਹੀਂ ਸਕਦੀ।
परमात्मा ने अपने तो बाद दूजी माया बनाई ताकि इस संसार च हरियावल रह सके, संसार विच खेड़ा रह सके। माया माड़ी नहीं है, माया जरूरी है। माया तो बिल्कुल इदां जरूरी है कि जे तुसी बेड़ी तारनी है तो पानी की लोड़ है, पानी तो बिना बेड़ी चल ही नहीं सकती, पानी तो बिना बेड़ी चल नहीं सकती। साडी जिंदगी बेड़ी वांगू है, तो जिवें पानी तो बिना बेड़ी नहीं चल सकती, साडी जिंदगी माया तो बिना चल ही नहीं सकती। ये दौलत की लोड़ है, माया की लोड़ है, लेकिन वो बेड़ी पानी तो बिना नहीं चल सकती। पर बेड़ी पानी के उपर उपर चलनी चाहिए है। जे पानी बेड़ी दे विच पै जाए तो फिर भी नहीं चल सकती, फिर बेड़ी डुब जाएगी। माया की लोड़ है, माया तो बिना जिंदगी चल नहीं सकती। पर जे माया साडी सुरत च ही वस जाए, जे माया की ठंड सानू व्याप जाए तो साडी जिंदगी की बेड़ी फिर भी डुब जाती है। सतगुरु जी ने सानू जिंदगी का एक आदर्शक मार्ग दिता है, गृहस्थ विच उदास रहना है। अज का जो पवित्र मुखवाक आप जी सरवण कर रहे सी, गुरु के एक एक बचन के अंदर बहुत महान रमजा भरियां पईयां। साहब कहते आ जिंदगी जिहड़ी साडी पोह वर्गी है ना, इहदे विच तुखार उन्हां लोगां दे उपर ठंड का असर नहीं पैंदा जिहड़े परमात्मा के प्यार च जुड़े हुए हैं। उन्हां ते माया का प्रभाव नहीं पैंदा। जदों माया का प्रभाव पै जाए मनुख विषय विकार आ जाते हैं, माया का प्रभाव पै जाए मनुख के मन च कठोरता आ जाती है, मनुख के मन अंदर हंकार आ जाता है, मनुख के मन अंदर बेतरसी आ जाती है, मनुख अंदरों इन्ना पत्थर बन जाता है, वो किसी का दुख दर्द समझता ही नहीं है और वो मनुख जिंदगी अंदर दुखी रहिंदा है। जिस मनुख के मन अंदर माया का प्रभाव, वो मनुख जिंदगी च कदी सुखी हो ही नहीं सकता, जिन्ने मर्जी यतन कर ले। जिमें किसी को ठंड लग जाए, सर्दी का असर हो जाए तो बीमार पै जाता है, वो कदी सुखी नहीं हो सकता। बीमार बंदा जिहड़ा है, मनुखी समाज अंदर नजर मारिए बहुते लोग बीमार ही तुरे फिरदे ने। दरअसल उन्होंने पर माया का प्रभाव पिया होया है, वो बीमार ने। ये बीमारी पहचान है कि मनुख हंकार च है, मनुख लोगों ते जुल्म कर रहा है, मनुख झूठ बोल रहा है, ये बीमारी है। इस करके सतगुरु सच्चे पातशाह जी कहते कि जे इस ठंड तो बचना है तो फिर उस परमात्मा के गले लग जाइए, परमात्मा के नाल सांझ पा लीए। परमात्मा बड़ा दयालु है, बड़ा कृपालु है। जिहड़ा एक बारी परमात्मा के प्यार जुड़ जाता है, उहदे उपर दुनिया की कोई माया प्रभाव नहीं पा सकती। सतगुरु जी इस मुखवाक दे राही सानू इस जगत विच रहिंदियां मोह माया तो बचन की जो जुगत दर्शा रहे ने, कि उस परम पिता वाहिगुरु जी के प्यार विच जुड़ियां दी वडियाई दस के परमात्मा के गुणां की गल कर रहे हैं। आओ आप मिल के गुरु के जो अमोल बचन ने इन्हां दी विचार साझी करिए, सतगुरु जी के प्यार च जुड़िए जी। मन बिरतियां नूं टिकाउंदियां मन चित एकाग्र हो सारे ही मुख तो उचारण करिए सतनाम वाहिगुरु साहिब जी। पोख तुखार न व्यापई कंठ मिलिया हर नाह। 12 माह की पवित्र बाणी जो माजराग विच है, गुरु अर्जन देव जी की बख्शिश की हुई और ये जो पावन बचन धन श्री गुरु ग्रंथ साहिब जी के पावन अंग 135 ते अंकित ने ते पावन बाणी की पौड़ी नंबर 11 विच सुभायमान ने। गुरुदेव कहते पोख, पोख का अर्थ है पोह का महीना। इत्थे पोह के महीने का अर्थ है कि साडी जिंदगी जड़ी पोह के महीने वर्गी है। सतगुरु जी ने साडी जिंदगी नूं कई दुनियावी उदाहरण दे के सानू जिंदगी की महानता दर्शाई। जिमें पोह के महीने विच ठंड पैंदी है, सर्दी पैंदी है, तिवें साडी जिंदगी के अंदर माया की ठंड वरत रही है, माया का प्रभाव पै जाता है। ठंड तो बिना जिंदगी नहीं है, माया तो बिना भी जिंदगी नहीं है। ठंड होनी चाहिए है पर ठंड लगनी नहीं चाहिए। असी ठंड तो बचन के लिए देखो किन्ने साधन करते हैं। घर च रहीने कि ठंड ना लगे, घर तो बाहर निकलते तो आप कपड़े पाने, मोटे कपड़े, गर्म कपड़े, जिदा की रुत है उदा के असीं कपड़े पा लेने। घर दे विच भी ठंड तो बचन के असीं कई उपाय करते हैं, इस करके कि ठंड लग ना जाए। ठंड लग गई बीमार हो जावांगे, ठंड लग गई शरीर लिए दुखदाई है। सतगुरु जी कहते बिल्कुल जिवें ठंड जरूरी है पर ठंड लगनी नहीं चाहिए, इदा जिंदगी च माया बहुत जरूरी है पर माया का डंग नहीं वजना चाहिए, माया का प्रभाव साडे ते नहीं पैना चाहिए।
ਮਾਇਆ ਦੇ ਪ੍ਰਭਾਵ ਸਾਡਾ ਆਪਣਾ ਸੁਭਾਅ ਦੱਬਿਆ ਨਹੀਂ ਜਾਣਾ ਚਾਹੀਦਾ। ਸਾਡਾ ਆਪਣਾ ਸੁਭਾਅ ਤਾਂ ਉਹ ਹੈ ਜੋ ਪਰਮਾਤਮਾ ਦਾ ਸੁਭਾਅ ਹੈ। ਪਰਮਾਤਮਾ ਦੀ ਅੰਸ਼ ਆ ਨਾ ਆਪਾਂ, ਅਸੀਂ ਪਰਮਾਤਮਾ ਦਾ ਹੀ ਜੋਤ ਹਾਂ, ਸਾਡੇ ਅੰਦਰ ਪਰਮਾਤਮਾ ਦੀ ਜੋਤ ਹੈ। ਜੇ ਅਸੀਂ ਪਰਮਾਤਮਾ ਦੀ ਅੰਸ਼ ਹਾਂ ਤੇ ਸਾਡਾ ਜੋ ਪਰਮਾਤਮਾ ਵਾਲਾ ਸੁਭਾਅ ਹੈ, ਉਹ ਸੁਭਾਅ ਜਦੋਂ ਅਸੀਂ ਆਏ ਸਾਂ ਨਾ ਧਰਤੀ ਤੇ, ਜਦੋਂ ਕੋਈ ਬੱਚਾ ਜਨਮਦਾ ਹੈ ਉਦੋਂ ਜਿਹੜਾ ਉਹਦਾ ਸੁਭਾਅ ਹੁੰਦਾ ਬੜਾ ਹੀ ਨਿਰਵੈਰ ਜਿਹਾ, ਬੜਾ ਭੋਲਾ ਜਿਹਾ, ਬੜਾ ਪਿਆਰਾ ਜਿਹਾ, ਬੜਾ ਹੱਸਦਾ ਹੋਇਆ ਚਿਹਰਾ, ਐਂ ਫੁੱਲ ਵਰਗਾ ਚਿਹਰਾ, ਸਾਡਾ ਇਹ ਸੁਭਾਅ ਸੀ। ਪਰ ਜਿਉਂ-ਜਿਉਂ ਸਾਡੇ ਤੇ ਮਾਇਆ ਦਾ ਪ੍ਰਭਾਵ ਪਿਆ, ਸਾਡਾ ਉਹ ਸੁਭਾਅ ਬਦਲ ਗਿਆ। ਅਸੀਂ ਕ੍ਰੋਧੀ ਬਣ ਗਏ, ਹੰਕਾਰੀ ਬਣ ਗਏ, ਤਰਸਨਾਲੂ ਬਣ ਗਏ, ਲੜਾਕੂ ਬਣ ਗਏ, ਪਤਾ ਨਹੀਂ ਕੀ ਕੁਝ ਬਣ ਗਏ ਅਸੀਂ। ਜਿਵੇਂ ਕਿਸੇ ਚੀਜ਼ ਤੇ ਮਿੱਟੀ ਘੱਟਾ ਪੈਂਦਾ ਹੈ ਨਾ, ਤੇ ਉਹਦਾ ਅਸਲੀ ਰੂਪ ਰੰਗ ਢਕਿਆ ਜਾਂਦਾ ਹੈ। ਸਾਡੇ ਉੱਪਰ ਮਾਇਆ ਦਾ ਇਹੋ ਜਿਹਾ ਪ੍ਰਭਾਵ ਪਿਆ ਕਿ ਸਾਡਾ ਅਸਲੀ ਸੁਭਾਅ ਖਤਮ ਹੋ ਗਿਆ, ਮਾਇਆ ਵਿਆਪ ਗਈ ਸਾਡੇ ਤੇ। ਪਰ ਸਤਿਗੁਰੂ ਜੀ ਕਹਿੰਦੇ ਨੇ ਜਿਵੇਂ ਠੰਡ ਪੈਂਦੀ ਹੈ, ਦੁਨਿਆਵੀ ਉਦਾਹਰਣ ਦਿੱਤੀ ਹੈ ਕਿ ਜਿਵੇਂ ਪਤੀ ਨਾਲ ਲੱਗ ਕੇ ਠੰਡ ਦੂਰ ਹੋ ਜਾਂਦੀ ਹੈ, ਬਿਲਕੁਲ ਇਸੇ ਤਰੀਕੇ ਨਾਲ ਪੋਖ ਤੁਖਾਰ ਨਾ ਵਿਆਪੀ ਕੰਠ ਮਿਲਿਆ ਹਰ ਨਾ। ਪੋਖ ਮੈਂ ਨਾ ਇਹ ਜ਼ਿੰਦਗੀ ਰੂਪ ਪੋਹ ਦੇ ਮਹੀਨੇ ਵਿੱਚ ਜੀਵ ਨੂੰ ਇਸਤਰੀ ਨਾਲ ਤੁਲਨਾ ਦਿੱਤੀ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਤੁਖਾਰ, ਜਿਹਨੂੰ ਆਪਾਂ ਕੱਕਰ ਕਹਿੰਦੇ ਹਾਂ, ਐਨ ਸਰਦੀ ਜਿਹਦੇ ਵਿੱਚ ਕੋਰਾ ਪੈਂਦਾ ਹੈ, ਕੱਕਰ ਪੈਂਦਾ ਹੈ। ਸਤਿਗੁਰੂ ਜੀ ਕਹਿੰਦੇ ਆ ਜ਼ਿੰਦਗੀ ਰੂਪ ਪੋਹ ਦੇ ਮਹੀਨੇ ਵਿੱਚ ਜੇਕਰ ਇਹ ਜੀਵ ਉਸ ਪਰਮ ਪਿਤਾ ਪ੍ਰਮਾਤਮਾ ਦੇ ਗਲੇ ਨਾਲ ਲੱਗਾ ਰਹੇ, ਕੰਠ ਦਾ ਅਰਥ ਹੈ ਗਲਾ, ਜੇ ਨਾਹ ਦਾ ਅਰਥ ਹੈ ਖਸਮ ਪ੍ਰਮਾਤਮਾ ਵਾਹਿਗੁਰੂ ਜੀ ਪਰਮੇਸ਼ਵਰ। ਜੇ ਜੀਵ ਇਸ ਜ਼ਿੰਦਗੀ ਦੇ ਅੰਦਰ ਪ੍ਰਮਾਤਮਾ ਦੇ ਗਲੇ ਨਾਲ ਲੱਗਾ ਰਹੇ ਤੇ ਉਹਦੇ ਉੱਪਰ ਠੰਡ ਦਾ ਅਸਰ ਨਹੀਂ ਪੈਂਦਾ, ਮਾਇਆ ਦਾ ਪ੍ਰਭਾਵ ਨਹੀਂ ਪੈਂਦਾ। ਗਲੇ ਨਾਲ ਲੱਗਣ ਦਾ ਅਰਥ ਕੀ ਹੈ ਕਿ ਆਪਣੇ ਹਿਰਦੇ 'ਚ ਵਾਹਿਗੁਰੂ ਜੀ ਨੂੰ ਵਸਾਈ ਰੱਖੇ, ਆਪਣੇ ਹਿਰਦੇ 'ਚ ਪ੍ਰਮਾਤਮਾ ਦੀ ਯਾਦ ਟਿਕਾਈ ਰੱਖੇ, ਆਪਣੀ ਜ਼ਿੰਦਗੀ 'ਚ ਪ੍ਰਮਾਤਮਾ ਦੇ ਪਿਆਰ ਜੁੜ ਕੇ ਜੋ ਰੱਬੀ ਗੁਣ ਨੇ ਉਹਨਾਂ ਨੂੰ ਵਸਾਈ ਰੱਖੇ। ਇਹ ਹੈ ਪ੍ਰਮਾਤਮਾ ਦੇ ਗਲੇ ਨਾਲ ਲੱਗਣਾ। ਸਾਹਿਬ ਕਹਿੰਦੇ ਜਿਹੜੇ ਜੀਵ ਇਸ ਜ਼ਿੰਦਗੀ ਦੇ ਅੰਦਰ ਪ੍ਰਮਾਤਮਾ ਦੇ ਪਿਆਰ ਵਿੱਚ ਜੁੜੇ ਰਹਿੰਦੇ ਨੇ, ਉਹਨਾਂ ਤੇ ਮਾਇਆ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਉਹ ਮਾਇਆ ਕਮਾਉਂਦੇ ਵੀ ਨੇ, ਉਹ ਮਾਇਆ ਖਰਚਦੇ ਵੀ ਨੇ, ਉਹ ਮਾਇਆ ਤੋਂ ਭੱਜਦੇ ਨਹੀਂ ਹੈ। ਜਿਵੇਂ ਆਪਣੇ ਮੁਲਕ ਦੇ ਕੁਝ ਲੋਕਾਂ ਨੇ ਧਰਮ ਦੇ ਨਾਂ ਤੇ ਇਹ ਕਿਹਾ ਕਿ ਜੇ ਤੁਸੀਂ ਸੁਖੀ ਹੋਣਾ ਨਾ ਤੇ ਮਾਇਆ ਹੀ ਛੱਡ ਦਿਓ, ਘਰ ਛੱਡ ਦਿਓ, ਦੁਨੀਆਦਾਰੀ ਛੱਡ ਦਿਓ, ਸੰਸਾਰ ਦੁੱਖਾਂ ਦਾ ਘਰ ਹੈ, ਦੁਨੀਆ ਤੋਂ ਲਾਂਭੇ ਹੋ ਕੇ ਮਲੰਗ ਜੇ ਹੋ ਕੇ ਸਰੀਰ ਤੇ ਸੁਆਹ ਮਲ ਕੇ ਬੈਠ ਜਾਓ। ਜਿੱਧਰ ਮਰਜੀ ਉਹ ਭੱਜ ਗਏ, ਪਰ ਮਾਇਆ ਨੇ ਉਹਨਾਂ ਦਾ ਪਿੱਛਾ ਨਹੀਂ ਛੱਡਿਆ। ਮਾਇਆ ਤੋਂ ਬਿਨਾਂ ਸਾਡੀ ਜ਼ਿੰਦਗੀ ਹੈ ਹੀ ਨਹੀਂ ਹੈ, ਮਾਇਆ ਤੋਂ ਬਿਨਾਂ ਅਸੀਂ ਜੀਓ ਹੀ ਨਹੀਂ ਸਕਦੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਮਾਇਆ ਤੋਂ ਬਿਨਾਂ ਜੀਓ ਨਹੀਂ ਸਕਦੇ, ਪਰ ਮਾਇਆ ਦਾ ਪ੍ਰਭਾਵ ਤੁਹਾਡੇ ਤੇ ਨਹੀਂ ਪੈਣਾ ਚਾਹੀਦਾ। ਮਾਇਆ ਤੁਹਾਡੀ ਸੇਵਾਦਾਰ ਹੈ, ਤੁਸੀਂ ਮਾਇਆ ਦੇ ਸੇਵਾਦਾਰ ਨਹੀਂ ਬਣਨੇ ਚਾਹੀਦੇ। ਮਾਇਆ ਦੇ ਬਦਲੇ ਆਪਣਾ ਤੁਸੀਂ ਦੀਨ ਨਹੀਂ ਗਵਾ ਲੈਣਾ। ਮਿਹਨਤ ਕਰਨੀ ਹਰ ਮਨੁੱਖ ਦਾ ਹੱਕ ਹੈ, ਫਰਜ਼ ਵੀ ਹੈ। ਮਿਹਨਤ ਕੀਤੀ ਜਾਏ, ਜੋ ਵਾਹਿਗੁਰੂ ਜਾਤ ਦੇਵੇ, ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੇ। ਪਰ ਮਿਹਨਤ ਕਰਦੇ ਜਦੋਂ ਮਨੁੱਖ ਦੇ ਅੰਦਰ ਤ੍ਰਿਸ਼ਨਾ ਪੈਦਾ ਹੁੰਦੀ, ਫਿਰ ਬੰਦਾ ਮਿਹਨਤ ਤੋਂ ਇਲਾਵਾ ਫਿਰ ਬੇਈਮਾਨੀ ਕਰਨਾ ਚਾਹੁੰਦਾ, ਹੇਰਾਫੇਰੀ ਕਰਨਾ ਚਾਹੁੰਦਾ, ਲੋਕਾਂ ਦੀਆਂ ਜੇਬਾਂ ਕੱਟਣੀਆਂ ਚਾਹੁੰਦਾ, ਲੋਕਾਂ ਦੇ ਨਾਲ ਠੱਗੀ ਠੋਰੀ ਕਰਕੇ, ਜ਼ੋਰ ਜ਼ੁਲਮ ਕਰਕੇ ਕੇਵਲ ਤੇ ਕੇਵਲ ਉਹ ਮਾਇਆ ਇਕੱਠੀ ਕਰਨਾ ਚਾਹੁੰਦਾ। ਮਾਇਆ ਦਾ ਡੰਗ ਵੱਜ ਗਿਆ ਕਿ ਮਾਇਆ ਆਉਣ ਨਾਲ ਬੰਦਾ ਸੁਖੀ ਹੋ ਜਾਂਦਾ। ਬੜੇ ਉਹ ਲੋਕ ਨੇ ਜਿਨ੍ਹਾਂ ਨੇ ਬੜੇ ਗਲਤ ਤਰੀਕਿਆਂ ਦੇ ਨਾਲ ਧਨ ਦੌਲਤ ਇਕੱਠਾ ਕਰ ਲਿਆ, ਢੇਰ ਲਗਾ ਲਏ ਕਿ ਉਹ ਸੁਖੀ ਹੋ ਗਏ। ਤੁਸੀਂ ਉਹਨਾਂ ਦੇ ਕੋਲ ਬੈਠ ਕੇ ਦੇਖੋ, ਦੁੱਖਾਂ ਦੇ ਤੇ ਭਾਂਬੜੀ ਮਚ ਰਹੇ ਉਹਨਾਂ ਦੇ ਕੋਲ, ਕਦੀ ਕੋਲ ਬੈਠ ਕੇ ਦੇਖਿਓ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਇਸ ਜ਼ਿੰਦਗੀ 'ਚ ਪ੍ਰਮਾਤਮਾ ਦੇ ਨਾਲ ਸਾਂਝ ਪਾ ਲਈ, ਕੰਠ ਗਲੇ ਲੱਗ ਗਏ ਜੋ ਪ੍ਰਮਾਤਮਾ ਦੇ, ਉਹਨਾਂ ਦੇ ਉੱਪਰ ਇਸ ਜ਼ਿੰਦਗੀ 'ਚ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ। ਮਾਇਆ ਦੀ ਠੰਡ ਵਿਆਪਦੀ ਨਹੀਂ ਹੈ। ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ, ਉਹਨਾਂ ਦੇ ਉੱਪਰ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਜਿਨ੍ਹਾਂ ਦਾ ਮਨ ਵਾਹਿਗੁਰੂ ਜੀ ਦੇ ਕਮਲ ਵਰਗੇ ਚਰਨਾਂ 'ਚ ਵਿੰਨਿਆ ਗਿਆ। ਕਮਲ ਕੋਮਲ ਹੁੰਦਾ ਹੈ, ਕਮਲ ਸੁੰਦਰ ਹੁੰਦਾ ਹੈ, ਕਮਲ ਖਿੜਿਆ ਹੋਇਆ ਹੁੰਦਾ ਹੈ। ਕਮਲ ਜਿਹੜਾ ਹੈ ਨਾ, ਇਹ ਸੂਰਜ ਦੇ ਪਿਆਰ ਦਾ ਪ੍ਰਤੀਕ ਹੈ। ਵਾਹਿਗੁਰੂ ਜੀ ਦੇ ਚਰਨ ਜਿਹੜੇ ਕਮਲ ਵਰਗੇ ਨੇ, ਖੇੜੇ ਦਾ ਘਰ ਨੇ, ਸੁੰਦਰਤਾ ਦਾ ਘਰ ਨੇ। ਵਾਹਿਗੁਰੂ ਜੀ ਦੇ ਚਰਨ ਜਿਹੜੇ ਨੇ ਉਹ ਕੋਮਲਤਾ ਦੇ ਪ੍ਰਤੀਕ ਨੇ। ਇਹ ਰੱਬੀ ਗੁਣ ਜਿੰਨੇ ਨੇ ਪ੍ਰਮਾਤਮਾ ਦੇ, ਇਹ ਸਭ ਕੋਮਲ ਦਾ ਪ੍ਰਤੀਕ, ਸੁੰਦਰਤਾ, ਕੋਮਲਤਾ। ਸਾਹਿਬ ਜੀ ਕਹਿੰਦੇ ਪ੍ਰਮਾਤਮਾ ਦੇ ਚਰਨ ਕਮਲਾਂ ਦੇ ਨਾਲ ਜਿਹਦਾ ਮਨ ਵਿੰਨਿਆ ਗਿਆ, ਭਾਵ ਜਿਹਦੇ ਅੰਦਰ ਪ੍ਰਮਾਤਮਾ ਦੇ ਇਹ ਗੁਣ ਵਸ ਗਏ। ਦਰਸ਼ਨ ਲਗੜਾ ਸਾਹ, ਜਿਨ੍ਹਾਂ ਦੇ ਮਨ ਵਿੱਚ ਕੇਵਲ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਹੀ ਤਾਂਘ ਲੱਗੀ ਹੋਈ ਹੈ, ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਭੁੱਖ। ਉਹ ਭੁੱਖ ਕੀ ਹੈ? ਉਹ ਕਿਵੇਂ ਪੂਰੀ ਹੋ ਸਕਦੀ ਹੈ?
ਦਰਸ਼ਨਾਂ ਦੀ ਤਾਂ ਪੂਰੀ ਉਦੋਂ ਹੋਏਗੀ ਜਦੋਂ ਅਸੀਂ ਪਰਮਾਤਮਾ ਵਰਗੇ ਬਣ ਜਾਵਾਂਗੇ, ਪਰਮਾਤਮਾ ਵਰਗਾ ਸਾਡਾ ਲੈਵਲ ਬਣ ਜਾਏਗਾ। ਇਵੇਂ ਕਹਿ ਲਓ ਕਿ ਜੇ ਤੁਸੀਂ ਮਕਾਨ ਤੇ ਚੜ੍ਹਨਾ ਹੈ ਤੇ ਓਡੇ ਉੱਚੇ ਤੁਹਾਨੂੰ ਉੱਠਣਾ ਪਏਗਾ। ਤੁਸੀਂ ਪਹਾੜ ਤੇ ਪਹੁੰਚਣਾ ਤੇ ਪਹਾੜ ਤੇ ਜਿੰਨੇ ਉੱਚੇ ਉੱਠਣਾ ਪਏਗਾ ਤਾਂ ਹੀ ਚੜ੍ਹ ਸਕੋਗੇ ਨਾ ਤੁਸੀਂ। ਪਰਮਾਤਮਾ ਬਹੁਤ ਮਹਾਨ ਹੈ, ਪਰਮਾਤਮਾ ਕੋਮਲ ਹੈ, ਪਰਮਾਤਮਾ ਬੜਾ ਪਿਆਰਾ ਹੈ, ਪਰਮਾਤਮਾ ਬੜਾ ਸੁੰਦਰ ਹੈ, ਪਰਮਾਤਮਾ ਬੇਅੰਤ ਗੁਣਾਂ ਦਾ ਘਰ ਹੈ। ਤੇ ਜਦੋਂ ਅਸੀਂ ਉਸ ਪਰਮਾਤਮਾ ਵਰਗੇ ਗੁਣ ਆਪਣੀ ਜ਼ਿੰਦਗੀ 'ਚ ਗ੍ਰਹਿਣ ਕਰ ਲਵਾਂਗੇ ਨਾ, ਦਰਸ਼ਨ ਲੱਗੜਾ ਸਾਹ ਦਾ ਅਰਥ ਹੈ ਕਿ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਭੁੱਖ ਪੈਦਾ ਹੋ ਗਈ, ਖਿੱਚ ਪੈਦਾ ਹੋ ਗਈ, ਜਿਨ੍ਹਾਂ ਦੇ ਅੰਦਰ ਖਿੱਚ ਹੁੰਦੀ ਹੈ ਨਾ ਕਿ ਅਸੀਂ ਪਹਾੜ ਤੇ ਚੜ੍ਹਨਾ, ਉਹ ਫਿਰ ਬੜੀ ਮਿਹਨਤ ਕਰਦੇ ਨੇ, ਉਦਮ ਕਰਦੇ ਨੇ। ਮਿਹਨਤ ਕਰਕੇ ਘਰੇ ਬੈਠਿਆਂ ਤਾਂ ਨਹੀਂ ਕੋਈ ਕਹੀ ਜਾਏਗਾ ਪਹਾੜ ਤੇ ਚੜ੍ਹਨਾ, ਪਹਾੜ ਤੇ ਚੜ੍ਹਨਾ, ਚੜ੍ਹ ਜਾਏਗਾ। ਉਹਦੇ ਲਈ ਉਹ ਕੁਝ ਪੁੱਟੇਗਾ, ਤੁਰੇਗਾ, ਚੜ੍ਹਾਈ ਚੜ੍ਹੇਗਾ। ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਦਰਸ਼ਨਾਂ ਦੀ ਖਿੱਚ ਪੈਦਾ ਹੋ ਗਈ, ਉਹ ਕੀ ਕਰਦੇ ਨੇ? ਉਹ ਜ਼ਿੰਦਗੀ ਦੇ ਅੰਦਰ ਉੱਚੇ ਉੱਠਣ ਦਾ ਯਤਨ ਕਰਦੇ ਨੇ। ਉਹ ਉੱਚੇ ਉੱਠਿਆ ਕਿਵੇਂ ਜਾ ਸਕਦਾ ਹੈ? ਸਾਹਿਬ ਜੀ ਕਹਿੰਦੇ ਨੇ, ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ। ਉਹਨਾਂ ਨੇ ਜ਼ਿੰਦਗੀ 'ਚ ਪਰਮਾਤਮਾ ਜੋ ਪ੍ਰਿਥਵੀ ਦਾ ਮਾਲਕ ਹੈ, ਜੋ ਪ੍ਰਿਥਵੀ ਦਾ ਪ੍ਰਤਪਾਲਕ ਹੈ, ਗੋਬਿੰਦ ਮੈਣਾ ਮਾਲਕ, ਗੋ ਮੈਣਾ ਪ੍ਰਿਥਵੀ, ਇੰਦ ਮੈਣਾ ਮਾਲਕ, ਪਾਲ ਮੈਣਾ ਪ੍ਰਤਪਾਲਕ, ਪ੍ਰਿਥਵੀ ਦੇ ਜੀਵਾਂ ਦੀ ਪ੍ਰਤਪਾਲਨਾ ਕਰਨ ਵਾਲਾ, ਰਾਏ ਮੈਣਾ ਜਿਹੜਾ ਰਾਜਾ ਹੈ ਧਰਤੀ ਦਾ। ਉਹਨਾਂ ਨੇ ਜ਼ਿੰਦਗੀ ਅੰਦਰ ਪਰਮਾਤਮਾ ਦੀ ਹੀ ਓਟ ਤਕਾ ਲਈ। ਉਹ ਜ਼ਿੰਦਗੀ ਦੇ ਅੰਦਰ ਪਰਮਾਤਮਾ ਦੀ ਸੇਵਾ ਨੂੰ ਹੀ ਆਪਣੀ ਜ਼ਿੰਦਗੀ ਦਾ ਲਾਹਾ ਗਿਣਦੇ ਨੇ। ਨਿਤ ਵਾਹਿਗੁਰੂ ਜੀ ਦੀ ਸੇਵਾ 'ਚ ਲੱਗੇ ਰਹਿੰਦੇ ਨੇ। ਵਾਹਿਗੁਰੂ ਜੀ ਦੀ ਕੀ ਸੇਵਾ ਹੈ? ਵਾਹਿਗੁਰੂ ਜੀ ਤਾਂ ਨਿਰਾਕਾਰ ਨੇ। ਵਾਹਿਗੁਰੂ ਜੀ ਨੂੰ ਅਸੀਂ ਕੋਈ ਰੋਟੀ ਥੋੜ੍ਹਾ ਖਵਾ ਸਕਦੇ, ਲਓ ਜੀ ਪਰਮਾਤਮਾ ਰੋਟੀ ਖਾ ਲਓ। ਵਾਹਿਗੁਰੂ ਜੀ ਨੂੰ ਅਸੀਂ ਕੀ ਕਰ ਸਕਦੇ? ਉਹਦਾ ਕੋਈ ਸਰੀਰ ਹੀ ਨਹੀਂ ਹੈ। ਵਾਹਿਗੁਰੂ ਜੀ ਦੀ ਸੇਵਾ ਹੈ ਹਰ ਕੀ ਟਹਿਲ ਕਮਾਵਣੀ, ਜਪੀਏ ਪ੍ਰਭ ਕਾ ਨਾਮ। ਪਰਮਾਤਮਾ ਦਾ ਨਾਮ ਜਪਣਾ ਹੀ ਵਾਹਿਗੁਰੂ ਜੀ ਦੀ ਸੇਵਾ ਹੈ। ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਹੀ ਪਰਮਾਤਮਾ ਦੀ ਸੇਵਾ ਹੈ। ਦੇਖੋ ਸਤਿਗੁਰੂ ਜੀ ਬਾਣੀ ਅੰਦਰ ਕਹਿੰਦੇ ਕਿ ਪੌਣ ਵੀ ਰੱਬ ਦੀ ਸੇਵਾ ਕਰ ਰਹੀ ਹੈ, ਧਰਤੀ ਵੀ ਰੱਬ ਦੀ ਸੇਵਾ ਕਰ ਰਹੀ ਹੈ, ਪਾਣੀ ਵੀ ਰੱਬ ਦੀ ਸੇਵਾ ਕਰ ਰਿਹਾ ਹੈ, ਅੱਗ ਵੀ ਰੱਬ ਦੀ ਸੇਵਾ ਕਰ ਰਹੇ ਨੇ। ਕਿਵੇਂ ਕਰ ਰਹੇ ਨੇ? ਰੱਬ ਦੀ ਰਜ਼ਾ ਵਿੱਚ ਰਹਿ ਕੇ, ਰੱਬ ਦੇ ਭਾਣੇ ਵਿੱਚ ਰਹਿ ਕੇ। ਰੱਬ ਦੇ ਭਾਣੇ ਵਿੱਚ ਰਹਿਣਾ ਹੀ ਰੱਬ ਦੀ ਸੇਵਾ ਹੈ। ਸਾਹਿਬ ਕਹਿੰਦੇ ਕਿ ਜਿਨ੍ਹਾਂ ਨੇ ਜ਼ਿੰਦਗੀ ਅੰਦਰ ਪਰਮਾਤਮਾ ਦੇ ਨਾਲ ਸਾਂਝ ਪਾ ਲਈ, ਜਿਨ੍ਹਾਂ ਦਾ ਮਨ ਵਾਹਿਗੁਰੂ ਜੀ ਦੇ ਚਰਨ ਕਮਲਾਂ 'ਚ ਵਿੰਨ੍ਹਿਆ ਗਿਆ, ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਦਰਸ਼ਨਾਂ ਨੂੰ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਬਣਾ ਲਿਆ, ਜਿਨ੍ਹਾਂ ਨੇ ਵਾਹਿਗੁਰੂ ਜੀ ਦੀ ਓਟ ਲੈ ਕੇ ਨਿਤ ਉਹਦੀ ਸੇਵਾ ਨੂੰ ਜ਼ਿੰਦਗੀ ਦਾ ਲਾਹਾ ਮਾਣਿਆ, ਉਹਨਾਂ ਦੇ ਉੱਪਰ ਮਾਇਆ ਦਾ ਪ੍ਰਭਾਵ ਬਿਲਕੁਲ ਨਹੀਂ ਪੈ ਸਕਦਾ। ਭਾਵ ਜਿਹੜੇ ਨਿਤ ਵਾਹਿਗੁਰੂ ਜੀ ਦੇ ਪਿਆਰ 'ਚ ਜੁੜੇ ਰਹਿੰਦੇ ਨੇ, ਨਿਤ ਵਾਹਿਗੁਰੂ ਜੀ ਦੇ ਗੁਣ ਗਾਉਂਦਿਆਂ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਭੁੱਖ ਹਿਰਦੇ ਵਿੱਚ ਰੱਖਦੇ ਨੇ, ਉਹਨਾਂ ਦਾ ਰਸਤਾ ਮਾਇਆ ਰੋਕ ਹੀ ਨਹੀਂ ਸਕਦੀ। ਮਾਇਆ ਦਾ ਪ੍ਰਭਾਵ ਕੀ ਪੈਂਦਾ ਹੈ? ਜਦੋਂ ਮਾਇਆ ਦਾ ਪ੍ਰਭਾਵ ਪੈਂਦਾ, ਬੰਦਾ ਬੇਈਮਾਨੀ ਕਰਨੀ ਸ਼ੁਰੂ ਕਰ ਦਿੰਦਾ ਹੈ। ਮਾਇਆ ਦਾ ਪ੍ਰਭਾਵ ਪੈਂਦਾ, ਬੰਦਾ ਲਾਲਚ ਕਰਨਾ ਸ਼ੁਰੂ ਕਰ ਦਿੰਦਾ ਹੈ। ਮਾਇਆ ਦੇ ਪ੍ਰਭਾਵ 'ਚ ਬੰਦਾ ਲੋਕਾਂ ਦਾ ਹੱਕ ਮਾਰਨਾ, ਠੱਗੀ ਠੋਰੀ ਕਰਨੀ ਸ਼ੁਰੂ ਕਰ ਦਿੰਦਾ ਹੈ। ਇਹ ਮਾਇਆ ਦਾ ਡੰਗ ਹੈ, ਵੱਜ ਗਿਆ। ਉਹਦੇ 'ਚੋਂ ਕੀ ਹੈ? ਦੌਲਤ ਤਾਂ ਆ ਜਾਏਗੀ, ਪਰ ਨਾਲ ਚਿੰਤਾਵਾਂ ਆਈ ਜਾਣਗੀਆਂ, ਨਾਲ ਰੋਗ ਆਈ ਜਾਣਗੇ। ਜਿੰਨਾ ਬਹੁਤਾ ਧਨ ਇਕੱਠਾ ਕਰ ਕਰਕੇ ਅਸੀਂ ਬੇਈਮਾਨੀ ਦਾ ਕਰੀ ਜਾਵਾਂਗੇ, ਉਹਨਾਂ ਗਲਤ ਪਾਸੇ ਨੂੰ ਤੁਰਿਆ ਜਾਏਗਾ, ਵਿਸ਼ੇ ਵਿਕਾਰ ਆ ਜਾਣਗੇ। ਬੱਚੇ ਜਿਹੜੇ ਨੇ ਉਹਦੀ ਐਵੇਂ ਦੁਰਵਰਤੋਂ ਕਰਨਗੇ ਪੈਸੇ ਦੀ। ਬਹੁਤ ਸਾਰਾ ਧਰਤੀ ਦੇ ਉੱਪਰ ਜੋ ਭ੍ਰਿਸ਼ਟਾਚਾਰ ਹੈ ਇੱਥੋਂ ਵਾਪਰਿਆ ਕਿ ਬੰਦਾ ਪਹਿਲਾਂ ਆਪਣੀ ਤ੍ਰਿਸ਼ਨਾ ਨੂੰ ਪੂਰੀਆਂ ਕਰਨ ਲਈ ਪੈਸੇ ਇਕੱਠੇ ਕਰੀ ਚਲੀ ਜਾਂਦਾ ਨਜਾਇਜ਼ ਤਰੀਕੇ ਦੇ ਨਾਲ, ਤੇ ਜਦੋਂ ਪੈਸੇ ਬਹੁਤ ਆ ਗਏ, ਨਿਆਣਿਆਂ ਨੂੰ ਸਿੱਖ ਮੱਤ ਤੇ ਮਿਲਣੀ ਕਿੱਥੋਂ? ਪੈਸਾ ਵਾਧੂ ਹੈ ਹੁਣ। ਨਿਆਣੇ ਫਿਰ ਔਗਣਾਂ ਵਾਲੇ ਬੰਨੇ ਲੱਗ ਜਾਣਗੇ, ਨਿਆਣੇ ਨਸ਼ਿਆਂ ਵਾਲੇ ਬੰਨੇ ਲੱਗ ਜਾਣਗੇ, ਨਿਆਣੇ ਸਮਾਜ ਦੇ ਅੰਦਰ ਭ੍ਰਿਸ਼ਟਾਚਾਰ ਫੈਲਾਉਣਗੇ, ਦੂਜੇ ਲੋਕਾਂ ਨੂੰ ਵੀ ਤੰਗ ਕਰਨਗੇ। ਇੱਥੋਂ ਹੀ ਸ਼ੁਰੂ ਹੁੰਦਾ ਨਾ। ਆਪਣੇ ਮਨੁੱਖੀ ਸਮਾਜ ਦੇ ਅੰਦਰ ਬਹੁਤਾ ਜਿਹੜੇ ਸਰਮਾਏਦਾਰਾਂ ਦੀ ਜੀਆ ਜਨਤਾ ਹੈ, ਉਹੀ ਭ੍ਰਿਸ਼ਟਾਚਾਰ ਬਹੁਤਾ ਕਰਦੀ ਹੈ। ਉਹੀ ਸਮਾਜ ਦੇ ਵਿੱਚ ਕਾਨੂੰਨਾਂ ਦੀਆਂ ਧੱਜੀਆਂ ਉਡਾਉਂਦੇ ਨੇ, ਉਹੀ ਗਲਤ ਗੱਲਾਂ ਨੂੰ ਜ਼ਿਆਦਾ ਪ੍ਰੇਰਦੇ ਨੇ। ਸਤਿਗੁਰੂ ਸਾਹਿਬ ਜੀ ਕਹਿੰਦੇ ਜਦੋਂ ਮਾਇਆ ਦਾ ਡੰਗ ਵੱਜ ਗਿਆ, ਫਿਰ ਮਨੁੱਖ ਸੁਖੀ ਨਹੀਂ ਹੋ ਸਕਦਾ। ਪਰ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਲ ਸਾਂਝ ਪਾ ਲਈ, ਉਹ ਆਪਣੀ ਜ਼ਿੰਦਗੀ 'ਚ ਪਰਮਾਤਮਾ ਦੀ ਸੇਵਾ ਨੂੰ ਲਾਹਾ ਹੀ ਗਿਣਦੇ ਨੇ। ਤੇ ਸਾਹਿਬ ਜੀ ਕਹਿੰਦੇ ਵਿਖਿਆ ਪੋਹ ਨਾ ਸਕਈ, ਮਿਲ ਸਾਧੂ ਗੁਣ ਗਾਹ। ਸਾਧੂ ਮਿਲਣਾ ਸਤਿਗੁਰੂ, ਗੁਰੂ ਦੀ ਹਜ਼ੂਰੀ ਚਾਹ ਕੇ
ਉਹ ਰੱਬ ਦੇ ਗੁਣਾਂ ਦੇ ਹੀ ਗਾਹਕ ਬਣ ਜਾਂਦੇ ਨੇ। ਗਾਹੋ ਦਾ ਅਰਥ ਹੁੰਦਾ ਹੈ ਗਾਹਕ ਬਣਨਾ, ਇਕੱਤਰ ਕਰਨਾ। ਆਪਾਂ ਕਹਿੰਦੇ ਗਾਹ ਲਿਆ ਕਿਸੇ ਚੀਜ਼ ਨੂੰ। ਸਾਹਿਬ ਕਹਿੰਦੇ ਨੇ ਇਸ ਤਰੀਕੇ ਨਾਲ ਉਹ ਗੁਰੂ ਦੀ ਹਜ਼ੂਰੀ 'ਚ ਆ ਕੇ ਵਾਹਿਗੁਰੂ ਜੀ ਦੇ ਗੁਣਾਂ ਦੇ ਹੀ ਗਾਹਕ ਬਣ ਜਾਂਦੇ ਨੇ। ਉਹਨਾਂ ਦੇ ਉੱਪਰ ਮਾਇਆ ਦਾ ਬਿਲਕੁਲ ਕੋਈ ਪ੍ਰਭਾਵ ਨਹੀਂ ਪੈਂਦਾ। ਜ਼ਹਿਰ ਖਾ ਲੇ ਬੰਦਾ ਤੇ ਸਰੀਰ ਲਈ ਘਾਤਕ ਹੈ। ਉਹ ਮਨੁੱਖ ਨੂੰ ਸਰੀਰਕ ਜੀਵਨ ਨੂੰ ਬਰਬਾਦ ਕਰ ਦਿੰਦੀ ਹੈ, ਖਤਮ ਕਰ ਦਿੰਦੀ ਹੈ। ਮਾਇਆ ਮਨੁੱਖ ਦੇ ਉੱਪਰ ਆਪਣਾ ਅਸਰ ਮਾਰ ਦੇਵੇ, ਮਨੁੱਖ ਦੇ ਅੰਦਰੂਨੀ ਜੀਵਨ ਨੂੰ ਖਤਮ ਕਰ ਦੇ। ਅੰਦਰੋਂ ਖੁਸ਼ੀਆਂ ਖਤਮ ਹੋ ਜਾਂਦੀਆਂ ਨੇ। ਮਨੁੱਖ ਦੀ ਖੁਸ਼ੀ ਦਾ ਸੰਬੰਧ ਬਾਹਰਲੇ ਸਟੇਟਸ ਨਾਲ ਨਹੀਂ ਹੈ। ਬਾਹਰਲੀਆਂ ਤੇ ਸਾਡੀਆਂ ਸਹੂਲਤਾਂ ਰੱਬ ਨੇ ਦਿੱਤੀਆਂ ਨੇ, ਬਹੁਤ ਧੰਨਵਾਦ ਵਾਹਿਗੁਰੂ ਜੀ ਦਾ। ਪਰ ਜਿਨ੍ਹਾਂ ਦੇ ਕੋਲ ਨਹੀਂ ਵੀ ਨਾ ਇੰਨੀਆਂ ਸਹੂਲਤਾਂ, ਉਹ ਬੜੇ ਖੁਸ਼ ਫਿਰਦੇ ਨੇ ਧਰਤੀ ਦੇ ਉੱਪਰ। ਬਹੁਤ ਸਾਰੇ ਲੋਕ ਤੁਸੀਂ ਦੇਖੋਗੇ ਉਹਨਾਂ ਕੋਲ ਕੋਈ ਬਹੁਤ ਵਧੀਆ ਮਕਾਨ ਨਹੀਂ ਹੈ, ਰਹਿਣ ਲਈ ਥਾਂ ਨਹੀਂ ਹੈ। ਉਹਨਾਂ ਕੋਲ ਬਹੁਤ ਵਧੀਆ ਕੋਈ ਕੀਮਤੀ ਪਾਉਣ ਲਈ ਬਸਤਰ ਨਹੀਂ ਹੈ। ਕੋਈ 36 ਪ੍ਰਕਾਰ ਦੇ ਭੋਜਨ ਵੀ ਉਹਨਾਂ ਦੇ ਕੋਲ ਨਹੀਂ ਹੈ। ਕੋਈ ਆਉਣ ਜਾਣ ਦੇ ਸਾਧਨ ਨਹੀਂ ਹੈ। ਪਰ ਤੁਸੀਂ ਉਹਨਾਂ ਦੇ ਚਿਹਰੇ ਤੇ ਨਜ਼ਰ ਮਾਰੋ, ਖਿੜੇ ਹੋਏ ਹੁੰਦੇ ਨੇ। ਇਹ ਖੁਸ਼ੀ ਦਾ ਸੰਬੰਧ ਬਾਹਰਲੇ ਪਦਾਰਥਾਂ ਨਾਲ ਨਹੀਂ ਹੈ। ਇਹ ਤੇ ਸਾਡੀਆਂ ਲੋੜਾਂ ਨੇ। ਵਾਹਿਗੁਰੂ ਬਖਸ਼ਿਸ਼ ਕਰੇ, ਸਾਰਿਆਂ ਨੂੰ ਦੇਵੇ। ਲੇਕਿਨ ਜੋ ਖੁਸ਼ੀ ਦਾ ਸੰਬੰਧ ਹੈ ਉਹ ਮਨੁੱਖ ਦੇ ਅੰਦਰਲੇ ਪੱਧਰ ਦੇ ਨਾਲ ਹੈ। ਜਦੋਂ ਮਨੁੱਖ ਦੇ ਉੱਪਰ ਅੰਦਰ ਮਾਇਆ ਦਾ ਪ੍ਰਭਾਵ ਪੈ ਗਿਆ, ਮਨੁੱਖ ਜ਼ਿੰਦਗੀ ਦੇ ਅੰਦਰ ਚਿੰਤਾ ਵਿੱਚ ਰਹੇਗਾ, ਦੁਖੀ ਰਹੇਗਾ, ਔਗਣਾਂ 'ਚ ਗ੍ਰਸਿਆ ਰਹੇਗਾ। ਪਰ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਲ ਸਾਂਝ ਪਾ ਲਈ, ਵਾਹਿਗੁਰੂ ਜੀ ਦੇ ਨਾਲ ਗਲੇ ਲੱਗ ਗਏ, ਜਿਨ੍ਹਾਂ ਦਾ ਮਨ ਵਾਹਿਗੁਰੂ ਜੀ ਦੇ ਚਰਨ ਕਮਲਾਂ 'ਚ ਵਿੰਨਿਆ ਗਿਆ, ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਭੁੱਖ ਜਿਨ੍ਹਾਂ ਦੇ ਮਨ 'ਚ ਪੈਦਾ ਹੋ ਗਈ, ਵਾਹਿਗੁਰੂ ਜੀ ਦੀ ਸੇਵਾ ਨੂੰ ਹੀ ਜਿਨ੍ਹਾਂ ਨੇ ਜ਼ਿੰਦਗੀ ਦਾ ਲਾਹਾ ਗਿਣਿਆ ਔਰ ਵਾਹਿਗੁਰੂ ਜੀ ਦੇ ਗੁਣਾਂ ਦੇ ਗਾਹਕ ਬਣ ਗਏ, ਉਹਨਾਂ ਦੇ ਉੱਪਰ ਮਾਇਆ ਦਾ ਪ੍ਰਭਾਵ ਪੈ ਹੀ ਨਹੀਂ ਸਕਦਾ। ਆਪਾਂ ਦੇਖਦੇ ਠੰਡ ਹੈ, ਠੰਡ ਦੇ ਵਿੱਚ ਕੁਝ ਉਹ ਵੀ ਨੇ ਰੱਬ ਦੇ ਪਿਆਰੇ ਜਿਨ੍ਹਾਂ ਨੂੰ ਕੋਈ ਪਰਵਾਹ ਹੀ ਨਹੀਂ ਹੈ, ਸੇਵਾ ਦੇ ਵਿੱਚ ਲੱਗਣ ਲੱਗੇ ਨੇ। ਇਹ ਠੰਡ ਹੈ, ਇਹ ਉਹੀ ਠੰਡ ਹੈ ਪੋਹ ਮਾਘ ਦੀ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਆਨੰਦਗੜ੍ਹ ਦੇ ਕਿਲੇ ਨੂੰ ਛੱਡ ਕੇ ਤੁਰੇ। ਮੀਂਹ ਪੈ ਰਿਹਾ ਹੈ, ਠੰਡ ਹੈ, ਸਰਦੀ ਦੀ ਰੁੱਤ ਹੈ। ਸਤਿਗੁਰੂ ਜੀ ਦੇ ਨਾਲ ਪਰਿਵਾਰ ਹੈ, ਗੁਰੂ ਕੇ ਪਿਆਰੇ ਸਿੱਖ ਨੇ, ਸਤਿਗੁਰੂ ਜੀ ਦੀ ਬਿਰਧ ਮਾਤਾ ਹੈ। ਇਹ ਉਹੀ ਠੰਡ ਹੈ ਜਿਸ ਠੰਡ ਦੇ ਵਿੱਚ ਕਲਗੀਧਰ ਪਾਤਸ਼ਾਹ ਸਰਸਾ ਨਦੀ ਨੂੰ ਪਾਰ ਕਰਦੇ ਨੇ, ਚਮਕੌਰ ਦੀ ਗੜੀ 'ਚ ਪਹੁੰਚਦੇ ਨੇ। ਸਤਿਕਾਰਯੋਗ ਮਾਤਾ ਗੁਜਰੀ ਜੀ ਆਪਣੇ ਪੋਤਰਿਆਂ ਦੇ ਸਮੇਤ ਸਰਹੰਦ ਦੇ ਠੰਡੇ ਬੁਰਜ ਵਿੱਚ ਰਾਤਾਂ ਗੁਜ਼ਾਰਦੇ ਨੇ। ਉਹ ਠੰਡ ਹੈ, ਪਰ ਉਹਨਾਂ 'ਤੇ ਠੰਡ ਵਿਆਪ ਨਾ ਸਕੀ, ਕਿਉਂਕਿ ਉਹ ਵਾਹਿਗੁਰੂ ਜੀ ਦੇ ਪਿਆਰ ਜੁੜੇ ਨੇ। ਜਿਨ੍ਹਾਂ ਦੇ ਉੱਪਰ ਮਾਇਆ ਦਾ ਅਸਰ ਸੀ, ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਵਿਰੋਧੀ ਬਣ ਗਏ। ਉਹਨਾਂ ਨੇ ਰੱਜ ਕੇ ਸਤਿਗੁਰੂ ਜੀ ਦੇ ਨਾਲ ਵੈਰ ਕਮਾਇਆ, ਗੁਰੂ ਕੇ ਪੁੱਤਰਾਂ ਨੂੰ ਸ਼ਹੀਦ ਕਰ ਦਿੱਤਾ, ਗੁਰੂ ਕੀ ਮਾਤਾ ਜੀ ਨੂੰ ਸ਼ਹੀਦ ਕਰ ਦਿੱਤਾ। ਇਹ ਉਹ ਨੇ ਜਿਨ੍ਹਾਂ ਉੱਪਰ ਮਾਇਆ ਦਾ ਪ੍ਰਭਾਵ ਪੈ ਗਿਆ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਜਿਨ੍ਹਾਂ ਨੇ ਵਾਹਿਗੁਰੂ ਜੀ ਨੂੰ ਹੀ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਬਣਾ ਲਿਆ, ਦਿਨ ਰਾਤ ਉਹ ਉਦਮ ਕਰਦੇ ਨੇ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਨ ਦਾ, ਉਹਨਾਂ ਦੇ ਉੱਪਰ ਇਹ ਵਿਖਿਆ ਦਾ ਅਰਥ ਹੈ ਮਾਇਆ। ਮਾਇਆ ਕਰਕੇ ਜਿਹੜੇ ਵਿਸ਼ੇ ਵਿਕਾਰ ਸਾਡੇ 'ਚ ਪੈਦਾ ਹੁੰਦੇ ਨੇ ਉਹ ਨਹੀਂ ਵਿਆਪਦੇ, ਕਿਉਂਕਿ ਜਿੰਨੇ ਔਗਣ ਨੇ ਇਹ ਉਦੋਂ ਹੀ ਪੈਦਾ ਹੁੰਦੇ ਨੇ ਜਦੋਂ ਸਾਡੇ 'ਤੇ ਮਾਇਆ ਦਾ ਡੰਗ ਪੈ ਜਾਏ। ਮਾਇਆ ਉਹ ਵਰਤਦੇ ਨੇ, ਮਾਇਆ 'ਚ ਰਹਿੰਦੇ ਨੇ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਇੱਕ ਥਾਂ 'ਤੇ ਬਚਨ ਕਿ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਇਸकी सेवा जो करे तिसी कौ फिर काहे, गुरमुख कोई गारड़ो तिन दलमल लाई पाए। भाई माया ते नागणी सपनी वांगू है। सपनी जिन्हों कई बारी आम एक कहावत है कि सप्पे दुध पियाईए वे बिखमूल न छटे। सप नूं तुसी भावें दुध भी पियाई जाओ पर सप अपनी जहर नहीं त्यागदा। सप ते डंग मारेगा ही, अज नहीं ते कल मारेगा। माया दी सेवा करोगे तो माया तां भी डंग मारेगी। माया कोलों सेवा कराउणी सी पर मनुख माया दा सेवादार बन गया। गुरबाणी कहती दीन गवाया दुनी स्यों, दुनी ना चाली साथ। दुनिया की खातर मनुख ने दीन त्यागता, माया की खातर अपना शर्म धर्म त्याग दी। आप देखते हैं मनुख धर्म स्थान पर आता है, धर्म स्थानों नाल सांझ बनती है। इत्थे माया का प्रभाव पै जाए तो इत्थे भी बंदा घट नहीं करता। धर्म स्थानां ते उहदे मन च गुरु का डर नहीं रहिंदा। ये गुरु का स्थान है, उहदे मन च ख्याल बिल्कुल नहीं आउंदा कि इत्थे जिहड़ियां गुरु कीआं प्यारियां संगतां दसां नावां दी किरत करके बड़े अदब सत्कार ते शरधा दे नाल अपनियां भेटावां संगतां ते मनुखता दी सेवा लई, गुरु दी सेवा लई अर्पण कर रहीआं ने। जिन्हों माया दा डंग वाजे हो ते गुरु के खजाने नूं भी जफा मारी बैठा है।
ਉਹ ਇੱਥੇ ਵੀ ਲੁੱਟੀ ਚਲਿਆ ਜਾਂਦਾ, ਉਹਨੂੰ ਗੁਰੂ ਦੀ ਕੋਈ ਪ੍ਰਵਾਹ ਨਹੀਂ ਹੈ, ਉਹਨੂੰ ਰੱਬ ਦਾ ਕੋਈ ਡਰ ਨਹੀਂ। ਦਰਅਸਲ ਕਾਰਨ ਇਹ ਹੈ ਕਿ ਜਿਵੇਂ ਠੰਡ ਲੱਗ ਜਾਏ ਤੇ ਠੰਡੇ ਸਰੀਰ ਦੇ ਉੱਪਰ ਜਿਹਨੂੰ ਠੰਡ ਲੱਗ ਗਈ ਹੈ ਨਾ, ਕਿਸੇ ਚੀਜ਼ ਦਾ ਕੋਈ ਪ੍ਰਭਾਵ ਨਹੀਂ ਪੈਂਦਾ, ਉਹਦੇ ਚੋਂ ਮਹਿਸੂਸ ਕਰਨ ਦੀ ਗੱਲ ਖਤਮ ਹੋ ਜਾਂਦੀ ਹੈ। ਇਸੇ ਤਰੀਕੇ ਨਾਲ ਜਦੋਂ ਮਨੁੱਖ ਤੇ ਮਾਇਆ ਦਾ ਪ੍ਰਭਾਵ ਪਿਆ, ਉਹਦੇ ਅੰਦਰੋਂ ਸੰਵੇਦਨਸ਼ੀਲਤਾ ਖਤਮ ਹੋ ਜਾਂਦੀ ਹੈ, ਉਹਦੇ ਅੰਦਰੋਂ ਪਿਆਰ ਖਤਮ ਹੋ ਜਾਂਦਾ, ਉਹਦੇ ਅੰਦਰੋਂ ਤਰਸ ਖਤਮ ਹੋ ਜਾਂਦਾ, ਅੰਦਰੋਂ ਦਇਆ ਖਤਮ ਹੋ ਜਾਂਦੀ ਹੈ। ਪਰ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਜੇ ਪ੍ਰਮਾਤਮਾ ਦੇ ਪਿਆਰ ਵਿੱਚ ਜੁੜੋਗੇ ਫਿਰ ਕੀ ਹੈ, ਉਹ ਪ੍ਰਮਾਤਮਾ ਇੰਨਾ ਮਹਾਨ ਹੈ, ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਲ ਸਾਂਝ ਪਾਈ, ਜਿਹੜੇ ਪ੍ਰਮਾਤਮਾ ਦੇ ਦਰਸ਼ਨਾਂ ਜੁੜੇ ਰਹੇ, ਜਿਹੜੇ ਪ੍ਰਮਾਤਮਾ ਦੇ ਗਲ ਨਾਲ ਲੱਗੇ ਰਹੇ। ਜਹ ਤੇ ਉਪਜੇ ਤਹ ਮਿਲੀ ਸੱਚੀ ਪ੍ਰੀਤ ਸਮਾ। ਜਿਸ ਪ੍ਰਮਾਤਮਾ ਤੋਂ ਉਹ ਪੈਦਾ ਹੋਏ, ਉਸ ਪ੍ਰਮਾਤਮਾ 'ਚ ਹੀ ਉਹ ਸਮਾ ਜਾਂਦੇ ਨੇ। ਸਾਡੀ ਜ਼ਿੰਦਗੀ ਦਾ ਮਕਸਦ ਤਾਂ ਪ੍ਰਮਾਤਮਾ ਵਿੱਚ ਲਿਵਲੀਨ ਹੋਣਾ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਗੁਰੂ ਕੇ ਇਹ ਬਚਨ ਅਸੀਂ ਰੋਜ਼ ਪੜ੍ਹਦੇ ਹਾਂ। ਪਰ ਹੋਇਆ ਕਿ ਜਿਵੇਂ ਕੋਈ ਬੱਦਲ ਉੱਠਦਾ ਸਮੁੰਦਰ ਤੋਂ, ਦੇਖੋ ਸੂਰਜ ਦੀ ਗਰਮੀ ਨਾਲ ਪਾਣੀ ਜਿਹੜਾ ਭਾਵ ਬਣਦਾ, ਬੱਦਲ ਬਣਦਾ, ਉਹ ਪਾਣੀ ਦੀਆਂ ਬੂੰਦਾਂ ਇਕੱਠੀਆਂ ਹੋ ਕੇ ਬੱਦਲ ਦਾ ਰੂਪ ਬਣ ਕੇ ਪਹਾੜਾਂ 'ਚ ਡਿੱਗਦੀਆਂ ਨੇ। ਪਹਾੜਾਂ 'ਚ ਡਿੱਗਿਆ ਹੋਇਆ ਪਾਣੀ ਜਿਹੜਾ ਹੈ ਨਾ, ਉਹ ਪਹਾੜਾਂ ਤੋਂ ਐਨ ਡਿੱਗਦਾ, ਕਦੀ ਇੱਧਰ ਟੱਕਰਾਂ ਮਾਰਦਾ, ਐ ਬੜੀ ਤੇਜ਼ੀ ਦੇ ਨਾਲ ਮੈਦਾਨ ਨੂੰ ਵੱਧਦਾ ਹੈ। ਮੈਦਾਨ ਤੋਂ ਉਹ ਪਹਾੜ ਜਿਹੜਾ ਹੈ ਨਾ, ਦਰਿਆ ਸਮੁੰਦਰ ਨੂੰ ਜਾਂਦਾ, ਫਿਰ ਸਮੁੰਦਰ ਸਮਾ ਜਾਂਦਾ, ਜਿੱਥੋਂ ਨਿਕਲਿਆ ਸੀ ਉੱਥੇ ਜਾ ਕੇ ਸਮਾ ਗਿਆ। ਪਰ ਕੁਝ ਇਹੋ ਜਿਹੇ ਵਾਹੜੇ ਵੀ ਹੁੰਦੇ ਨੇ ਜਿਹੜੇ ਰਸਤੇ 'ਚ ਹੀ ਸੁੱਕ ਜਾਂਦੇ ਨੇ, ਜਿਹੜੇ ਸਮੁੰਦਰ ਤੱਕ ਪਹੁੰਚ ਨਹੀਂ ਸਕਦੇ। ਗੁਰਬਾਣੀ ਇਹ ਗੱਲ ਕਹਿੰਦੀ ਕਿ ਜਿਹੜੇ ਇਸ ਧਰਤੀ ਤੇ ਆਏ, ਜਿਨ੍ਹਾਂ ਤੇ ਮਾਇਆ ਦਾ ਪ੍ਰਭਾਵ ਪਿਆ, ਉਹਨਾਂ ਦੇ ਅੰਦਰੋਂ ਪਿਆਰ, ਦਇਆ, ਤਰਸ ਖਤਮ ਹੋ ਗਿਆ, ਉਹ ਪ੍ਰਮਾਤਮਾ ਨਾਲ ਜੁੜ ਨਾ ਸਕੇ, ਦੁਖੀ ਰਹਿ ਗਏ ਜ਼ਿੰਦਗੀ 'ਚ। ਪਰ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਲ ਸਾਂਝ ਪਾ ਲਈ, ਵਾਹਿਗੁਰੂ ਜੀ ਦੇ ਚਰਨਾਂ ਜਿਨ੍ਹਾਂ ਦਾ ਮਨ ਵਿੰਨਿਆ ਗਿਆ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਲਗਨ ਪੈਦਾ ਹੋ ਗਈ, ਸੇਵਾ ਨੂੰ ਆਪਣੀ ਜ਼ਿੰਦਗੀ ਦਾ ਲਾਹਾ ਗਿਣ ਲਿਆ। ਜਹ ਤੇ ਉਪਜੇ ਤਹ ਮਿਲੀ ਸੱਚੀ ਪ੍ਰੀਤ ਸਮਾ। ਉਹ ਜਿਸ ਪ੍ਰਮਾਤਮਾ ਤੋਂ ਉਪਜੇ ਸਨ ਉਹਦੇ ਵਿੱਚ ਸਮਾ ਗਏ। ਉਹ ਵਾਹਿਗੁਰੂ ਜੀ ਵਿੱਚ ਇਸ ਸਰੀਰ ਨੂੰ ਤਿਆਗਣ ਤੋਂ ਬਾਅਦ ਨਹੀਂ ਸਮਾਏ, ਉਹ ਜਿਉਂਦੇ ਜੀ ਪ੍ਰਮਾਤਮਾ ਵਿੱਚ ਲਿਵਲੀਨ ਹੋ ਗਏ। ਜਿਉਂਦੇ ਜੀ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਸੱਚੀ ਪ੍ਰੀਤ ਸਮਾਹ। ਉਹਨਾਂ ਦੇ ਅੰਦਰ ਜਿਹੜੀ ਸੱਚੀ ਪ੍ਰੀਤ ਸੀ ਨਾ, ਉਸ ਕਰਕੇ ਉਹ ਪ੍ਰਮਾਤਮਾ ਵਿੱਚ ਸਮਾ ਗਏ, ਪ੍ਰਮਾਤਮਾ ਵਿੱਚ ਲਿਵਲੀਨ ਹੋ ਗਏ। ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਲ ਸਾਂਝ ਪਾਈ, ਕੰਠ ਮਿਲਿਆ ਹਰ ਨਾਉ, ਜਿਨ੍ਹਾਂ ਨੇ ਕੰਠ ਨਾਲ, ਗਲੇ ਨਾਲ ਵਾਹਿਗੁਰੂ ਜੀ ਦੇ ਨਾਮ ਨੂੰ ਲਗਾ ਲਿਆ, ਭਾਵ ਵਾਹਿਗੁਰੂ ਜੀ ਦੇ ਨਾਮ ਨੂੰ ਆਪਣੇ ਹਿਰਦੇ 'ਚ ਧਾਰਨ ਕਰ ਲਿਆ। ਜਿੱਥੇ ਸਤਿਗੁਰੂ ਜੀ ਨੇ ਉਹਨਾਂ ਰੱਬੀ ਪਿਆਰਿਆਂ ਦੀ ਗੱਲ ਕੀਤੀ, ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਮ ਨਾਲ ਸਾਂਝ ਪਾਈ ਕਿ ਉਹਨਾਂ ਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਉਹ ਨਿਤ ਵਾਹਿਗੁਰੂ ਜੀ ਦੇ ਦਰਸ਼ਨਾਂ ਜੁੜੇ ਰਹਿੰਦੇ ਨੇ, ਵਾਹਿਗੁਰੂ ਜੀ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਲਾਹਾ ਗਿਣਦੇ ਨੇ, ਗੁਰੂ ਦੇ ਰਾਹੀਂ ਵਾਹਿਗੁਰੂ ਜੀ ਦੇ ਗੁਣਾਂ ਦੇ ਉਹ ਗਾਹਕ ਬਣ ਜਾਂਦੇ ਨੇ ਤੇ ਮਾਇਆ ਉਹਨਾਂ ਤੇ ਬਿਲਕੁਲ ਪ੍ਰਭਾਵ ਨਹੀਂ ਪਾ ਸਕਦੀ। ਉੱਥੇ ਸਤਿਗੁਰੂ ਜੀ ਨੇ ਪ੍ਰਮਾਤਮਾ ਦਾ ਸੁਭਾਅ ਵੀ ਦੱਸਿਆ ਕਿ ਪ੍ਰਮਾਤਮਾ ਹੈ ਕਿਹੋ ਜਿਹਾ, ਜਿਸ ਪ੍ਰਮਾਤਮਾ ਦੇ ਪਿਆਰ ਜੁੜਨੇ। ਸਾਹਿਬ ਕਹਿੰਦੇ ਕਿ ਕਰ ਗੈ ਲੀਨੀ ਪਾਰ ਬ੍ਰਹਮ ਬੌੜ ਨਾ ਵਿਛੜਿਆ। ਪਰਮਾਤਮਾ ਬੜਾ ਮਹਾਨ ਹੈ। ਦੇਖੋ, ਜੇ ਪਾਣੀ ਨੂੰ ਮਿਲਣ ਦੀ ਭੁੱਖ ਹੈ ਨਾ ਸਮੁੰਦਰ ਵਿੱਚ, ਤੇ ਸਮੁੰਦਰ ਦੇ ਮਨ 'ਚ ਵੀ ਭੁੱਖ ਹੈ। ਸਮੁੰਦਰ ਜਵਾਰ ਭਾਟਾ ਹੁੰਦਾ, ਬਾਹਰੋਂ ਐਂ ਸਭ ਕੁਝ ਖਿੱਚ ਕੇ ਅੰਦਰ ਨੂੰ ਲੈ ਜਾਂਦਾ ਹੈ। ਪਰਮਾਤਮਾ ਦੇ ਮਨ 'ਚ ਭੁੱਖ ਹੈ ਜੀਵ ਨੂੰ ਆਪਣੇ ਵਿੱਚ ਲਿਵਲੀਨ ਕਰਨ ਦੇ ਲਈ। ਸਾਹਿਬ ਜੀ ਕਹਿੰਦੇ ਪ੍ਰਮਾਤਮਾ ਇੰਨਾ ਮਹਾਨ ਹੈ ਕਿ ਕਰ ਗਏ ਲੀਨੀ ਪਾਰ ਬ੍ਰਹਮ। ਉਸ ਜੀਵ ਇਸਤਰੀ ਨੂੰ ਪ੍ਰਮਾਤਮਾ ਨੇ ਬਾਹੋਂ ਫੜ ਕੇ ਆਪਣੇ ਬਣਾ ਲਿਆ। ਭਾਈ ਗੁਰਦਾਸ ਜੀ ਦਾ ਇੱਕ ਬਚਨ ਕਿ ਚਰਨ ਸਰਣ ਗੁਰ ਏਕ ਪੈਂਡਾ, ਜਾਏ ਚੱਲ ਸਤ ਗੁਰ ਕੋਟ ਪੈਂਡਾ, ਆਗੇ ਹੋਏ ਲੇਤ ਹੈ। ਪ੍ਰਮਾਤਮਾ ਤੇ ਗੁਰੂ ਪਿਆਰ ਦੇ ਭੁੱਖੇ ਨੇ। ਅਸੀਂ ਪ੍ਰਮਾਤਮਾ ਵੱਲ ਇੱਕ ਕਦਮ ਪੁੱਟਾਂਗੇ ਨਾ, ਤੇ ਪ੍ਰਮਾਤਮਾ ਤੇ ਆਪੇ ਬਾਂਹ ਫੜ ਕੇ ਸਾਨੂੰ ਆਪਣੇ ਨਾਲ ਪਿਲਾ ਲਏਗਾ। ਪ੍ਰਮਾਤਮਾ ਮਿਲਾਏਗਾ ਤੇ ਇਹੋ ਜਿਹੇ ਮਿਲਾਂਗੇ, ਮੁੜ ਕੇ ਵਿਛੜਾਂਗੇ ਨਹੀਂ ਕਦੀ। ਆਪਣੇ ਯਤਨ ਨਾਲ ਅਸੀਂ ਮਿਲਣ ਦਾ ਯਤਨ ਕਰਾਂਗੇ, ਨਹੀਂ ਮਿਲ ਸਕਾਂਗੇ। ਪ੍ਰਮਾਤਮਾ ਨਾਲ ਟੁੱਟਿਆਂ ਦੀ ਹਾਲਤ ਪਤਾ ਕਿਹੜੀ ਬਣ ਜਾਂਦੀ ਹੈ? ਜਦੋਂ ਮਾਇਆ ਦਾ ਡੰਗ ਵੱਜ ਜਾਏ, ਪ੍ਰਮਾਤਮਾ ਨਾਲੋਂ ਟੁੱਟ ਜਾਈਏ, ਉਦੋਂ ਹਾਲਤ ਸਾਡੀ ਇਹ ਬਣਦੀ ਹੈ ਕਿ ਜਿਵੇਂ ਧੇਨ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ। ਗੋ ਦੁੱਧ ਨਾ ਦੇਵੇ ਤੇ ਕਿਸੇ ਅਰਥ ਨਹੀਂ ਹੈ, ਸੁੱਕੀ ਖੇਤੀ ਕਿਸੇ ਅਰਥ ਨਹੀਂ, ਉਹ 'ਚੋਂ ਕੋਈ ਪੈਸੇ ਨਹੀਂ ਮਿਲਦੇ। ਜਿਸ ਮਨੁੱਖ ਦੇ ਅੰਦਰੋਂ ਰੱਬੀ ਗੁਣ ਹੀ ਖਤਮ ਹੋ ਗਏ, ਉਹ ਮਨੁੱਖ ਕਿਸੇ ਅਰਥ ਨਹੀਂ ਹੈ।
ਉਹ ਮਨੁੱਖ ਨੂੰ ਗੁਰਬਾਣੀ ਨੇ ਜਿਉਂਦਿਆਂ 'ਚ ਗਿਣਿਆ ਹੀ ਨਹੀਂ ਹੈ। ਸਾਹਿਬ ਜੀ ਕਹਿੰਦੇ ਨੇ ਕਿ ਜਿਹੜੇ ਵਾਹਿਗੁਰੂ ਜੀ ਦੇ ਪਿਆਰ ਜੁੜਦੇ ਨੇ, ਵਾਹਿਗੁਰੂ ਜੀ ਦੇ ਗੁਣਾਂ ਦੇ ਗਾਹਕ ਬਣਦੇ ਨੇ, ਅੰਦਰ ਵਾਹਿਗੁਰੂ ਜੀ ਦੇ ਗੁਣ ਗ੍ਰਹਿਣ ਕਰ ਲੈਂਦੇ ਨੇ, ਉਹਨਾਂ ਦੇ ਅੰਦਰ ਦਇਆ, ਪਿਆਰ, ਸੰਤੋਖ, ਸਹਿਣਸ਼ੀਲਤਾ, ਹਲੀਮੀ, ਇਹੋ ਜਿਹੇ ਦੈਵੀ ਗੁਣ ਪੈਦਾ ਹੋ ਜਾਂਦੇ ਨੇ। ਕਰ ਗਏ ਲੀਨੀ ਪਾਰ ਬ੍ਰਹਮ, ਪਰਮਾਤਮਾ ਤੇ ਬਾਂਹ ਫੜ ਕੇ ਆਪਣੀ ਉਹਨਾਂ ਨੂੰ ਬਣਾ ਲੈਂਦਾ। ਇਹੋ ਜਿਹੇ ਬਣਾਉਂਦਾ, ਬੌੜ ਨਾ ਵਿਛੜੀ ਆਓ। ਇੱਕ ਵਾਰੀ ਪਰਮਾਤਮਾ ਮਿਲ ਜਾਏ ਤੇ ਮੁੜ ਕੇ ਜੀਵ ਵਿਛੜਦਾ ਹੀ ਨਹੀਂ ਉਹਦੇ ਤੋਂ। ਧਰਮ ਦੀ ਦੁਨੀਆ 'ਚ ਬੜੀਆਂ ਕਾਲਪਨਿਕ ਗਾਥਾਵਾਂ ਸੁਣਾਈਆਂ ਜਾਂਦੀਆਂ ਨੇ। ਫਲਾਣੇ ਬੰਦੇ ਨੂੰ ਇੱਕ ਵਾਰੀ ਰੱਬ ਮਿਲਿਆ ਸੀ, ਔਰ ਇਹ ਵੀ ਭਗਤ ਜਨਾਂ ਦੇ ਪ੍ਰਥਾਏ ਆਪਾਂ ਕਹਾਣੀਆਂ ਸੁਣਦੇ ਕਿ ਕਿਸੇ ਭਗਤ ਸਾਹਿਬ ਜੀ ਨੂੰ 72 ਵਾਰੀ ਰੱਬ ਮਿਲਿਆ ਸੀ। ਰੱਬ ਕੋਈ ਵਿਅਕਤੀ ਨਹੀਂ ਹੈ, ਵਸਤੂ ਨਹੀਂ ਹੈ ਜਿਹੜਾ ਮਿਲੇ ਤੇ ਫਿਰ ਵਿਛੜ ਜਾਏ। ਰੱਬ ਤਾਂ ਅਕਾਲ ਹੈ, ਰੱਬ ਤਾਂ ਅਜੂਨੀ ਹੈ, ਰੱਬ ਦਾ ਕੋਈ ਰੂਪ ਰੇਖ ਰੰਗ ਚੱਕਰ ਚਿਹਨ ਜਾਤ ਪਾਤ ਹੈ ਹੀ ਨਹੀਂ ਹੈ। ਉਹਨੇ ਵਿਛੜਨਾ ਕੀ ਹੈ? ਉਹਦਾ ਮਿਲਾਪ ਕੀ ਹੈ ਕਿ ਜਦੋਂ ਬੰਦਾ ਸਤ ਸੰਗਤ ਰਾਹੀਂ ਪ੍ਰਮਾਤਮਾ ਦੇ ਗੁਣ ਗਾਉਂਦਾ, ਵਾਹਿਗੁਰੂ ਜੀ ਦੇ ਗੁਣ ਗਾਉਂਦਿਆਂ ਗਾਉਂਦਿਆਂ ਉਹ ਵਾਹਿਗੁਰੂ ਜੀ ਦੇ ਗੁਣਾਂ ਨੂੰ ਆਪਣੇ ਗਲੇ ਨਾਲ ਲਗਾ ਲੈਂਦਾ। ਕੰਠ ਮਿਲਣ ਦਾ ਅਰਥ ਹੈ ਕਿ ਆਪਣੇ ਹਿਰਦੇ 'ਚ ਧਾਰਨ ਕਰ ਲੈਂਦਾ, ਰੱਬੀ ਗੁਣਾਂ ਨੂੰ ਆਪਣੇ ਹਿਰਦੇ 'ਚ ਧਾਰਨ ਕਰ ਲੈਂਦਾ। ਵਾਹਿਗੁਰੂ ਨਿਰਵੈਰ ਹੈ ਤੇ ਉਹ ਵੀ ਅੰਦਰੋਂ ਨਿਰਵੈਰ ਬਣ ਜਾਂਦਾ। ਇਹ ਹੈ ਰੱਬ ਨੂੰ ਗਲੇ ਨਾਲ ਲਗਾਉਣਾ। ਮੁਖ ਤੋਂ ਵਾਹਿਗੁਰੂ ਜੀ ਨੂੰ ਚੇਤੇ ਕਰਨਾ ਮੁਬਾਰਕ ਹੈ ਭਾਈ, ਭਾਗਾਂ ਵਾਲੇ ਨੇ ਸਾਰੇ। ਪਰ ਜਿੰਨਾ ਚਿਰ ਅਸੀਂ ਗਲੇ ਲੱਗ ਕੇ ਨਹੀਂ ਨਾ ਮਿਲਾਂਗੇ, ਭਾਵ ਜਿੰਨਾ ਚਿਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਆਪਣੇ ਹਿਰਦੇ 'ਚ ਵਸਾ ਨਹੀਂ ਲਵਾਂਗੇ, ਧਾਰਨ ਨਹੀਂ ਕਰ ਲਵਾਂਗੇ ਜ਼ਿੰਦਗੀ ਦੇ ਅੰਦਰ, ਉਹਨਾਂ ਚਿਰ ਇਹ ਮਾਇਆ ਦੇ ਪ੍ਰਭਾਵ ਤੋਂ ਆਪਾਂ ਬਚਣਾ ਨਹੀਂ। ਬਹੁਤ ਸਾਰੇ ਮੇਰੇ ਵਰਗੇ ਵਾਹਿਗੁਰੂ ਵਾਹਿਗੁਰੂ ਕਰਦੇ ਵੀ ਮਾਇਆ ਦੇ ਹੱਥੋਂ ਠੱਗੇ ਜਾਂਦੇ ਨੇ। ਮਾਇਆ ਦਾ ਪ੍ਰਭਾਵ ਉਹਨਾਂ 'ਤੇ ਪੈਂਦਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ 'ਚ ਹੀ ਵਸਾ ਲਿਆ, ਗੁਣਾਂ ਨੂੰ ਆਪਣੇ ਹਿਰਦੇ 'ਚ ਵਸਾ ਲਿਆ, ਪਰਮਾਤਮਾ ਨੇ ਬਾਂਹ ਫੜ ਕੇ ਉਹਨਾਂ ਨੂੰ ਆਪਣੇ ਬਣਾ ਲਿਆ, ਆਪਣੇ ਵਰਗੇ ਕਰ ਲਿਆ। ਸਾਹਿਬ ਜੀ ਕਹਿੰਦੇ ਬੌੜ ਨਾ ਵਿਛੜੀ ਆਹੋ, ਤੇ ਇਹੋ ਜਿਹੇ ਪ੍ਰਮਾਤਮਾ ਵਿੱਚੋਂ ਲਿਵਲੀਨ ਹੋਏ ਕਿ ਮੁੜ ਕੇ ਉਹ ਪ੍ਰਮਾਤਮਾ ਨਾਲੋਂ ਵਿਛੜਦੇ ਹੀ ਨਹੀਂ ਹੈ। ਜਿਵੇਂ ਪਾਣੀ ਪਾਣੀ 'ਚ ਲੀਨ ਹੋ ਜਾਏ ਤੇ ਉਹਨੂੰ ਵੱਖਰਿਆ ਨਹੀਂ ਕੀਤਾ ਜਾ ਸਕਦਾ, ਬਿਲਕੁਲ ਇੱਦਾਂ ਜਿਹੜੇ ਪ੍ਰਮਾਤਮਾ ਦੇ ਪਿਆਰ 'ਚ ਲਿਵਲੀਨ ਹੋ ਗਏ ਉਹ ਮੁੜ ਕੇ ਪ੍ਰਮਾਤਮਾ ਤੋਂ ਵੱਖਰੇ ਨਹੀਂ ਹੁੰਦੇ। ਭਾਵ ਉਹ ਰੱਬ ਵਰਗੇ ਬਣ ਜਾਂਦੇ ਨੇ, ਉਹਨਾਂ ਦਾ ਸੁਭਾਅ ਰੱਬ ਵਰਗਾ ਬਣ ਜਾਂਦਾ। ਸਾਹਿਬ ਜੀ ਕਹਿੰਦੇ ਵਾਰ ਜਾਉ ਲੱਖ ਬੇਰੀਆਂ ਹਰ ਸੱਜਣ ਅਗਮ ਅਗਾਹੋ, ਵੀ ਮੈਂ ਇਹੋ ਜਿਹੇ ਵਾਹਿਗੁਰੂ ਜੀ ਤੋਂ ਲੱਖਾਂ ਵਾਰੀ ਕੁਰਬਾਨ ਜਾਂਦਾ, ਉਸ ਪ੍ਰਮਾਤਮਾ ਤੋਂ ਜਿਹੜਾ ਪ੍ਰਮਾਤਮਾ ਇੰਨਾ ਦਿਆਲੂ ਹੈ ਕਿ ਆਪ ਹੀ ਬਾਂਹ ਫੜ ਕੇ ਆਪਣੇ ਬਣਾ ਲੈਂਦਾ, ਜਿਹੜਾ ਪ੍ਰਮਾਤਮਾ ਇੰਨਾ ਦਿਆਲੂ ਹੈ ਕਿ ਇੱਕ ਵਾਰੀ ਮਿਲ ਜੇ ਤੇ ਮੁੜ ਕੇ ਵਿਛੜਦਾ ਨਹੀਂ ਹੈ, ਡਰ ਹੀ ਨਹੀਂ ਰਹਿੰਦਾ ਉਹਦੇ ਵਿਛੜਨ ਦਾ। ਇੱਕ ਵਾਰੀ ਮਿਲ ਜੇ, ਦੁਨਿਆਵੀ ਤੌਰ ਤੇ ਕੋਈ ਸਾਡਾ ਰਿਸ਼ਤਾ ਬਣੇ, ਰਿਸ਼ਤੇਦਾਰ ਮਿਲਣ, ਤੇ ਸਾਡੇ ਮਨ 'ਚ ਆਪਾਂ ਦੇਖਦੇ ਜ਼ਿੰਦਗੀ 'ਚ ਮਿਲਦੇ ਵਿੜਦੇ ਵਿਛੜਦੇ ਰਹਿੰਦੇ ਨੇ ਰਿਸ਼ਤੇਦਾਰ। ਔਰ ਚੰਗਾ ਕੋਈ ਮਨੁੱਖ ਮਿਲ ਜਾਏ, ਉਹਦੇ ਨਾਲ ਸਾਡੀ ਸਾਂਝ ਬਣਦੇ, ਤੇ ਸਾਡੇ ਮਨ 'ਚ ਇੱਕ ਖਿਆਲ ਤੇ ਰਹਿੰਦਾ ਨਾ ਕਿ ਇਹ ਸਾਂਝ ਬਣੀ ਰਹੇ, ਕਿਤੇ ਟੁੱਟ ਨਾ ਜਾਏ, ਇਹ ਰਿਸ਼ਤੇਦਾਰੀ ਬਣੀ ਰਹੇ, ਕਿਤੇ ਟੁੱਟ ਨਾ ਜਾਏ। ਇਹ ਦੁਨਿਆਵੀ ਚੀਜ਼ਾਂ ਦੀ ਗੱਲ ਹੈ। ਲੇਕਿਨ ਪਰਮਾਤਮਾ ਦੇ ਨਾਲ ਜਿਹੜੀ ਸਾਂਝ ਬਣਦੀ ਹੈ ਨਾ ਜਿਸ ਮਨੁੱਖ ਦੀ, ਉਹ ਕਦੀ ਟੁੱਟਦੀ ਨਹੀਂ ਹੈ। ਪਰਮਾਤਮਾ ਦੇ ਨਾਲ ਸਾਂਝ ਦਾ ਅਰਥ ਹੈ ਕਿ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਆ, ਜੋ ਰੱਬ ਵਰਗਾ ਬਣ ਜਾਂਦਾ ਹੈ ਨਾ, ਉਹ ਵਾਹਿਗੁਰੂ ਜੀ ਵਿੱਚ ਸਮਾ ਜਾਂਦਾ ਹੈ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਅਜਿਹੇ ਪ੍ਰਮਾਤਮਾ ਤੋਂ ਜਿਹੜਾ ਇੱਕ ਵਾਰੀ ਮਿਲ ਜੇ ਤੇ ਵਿਛੜਦਾ ਨਹੀਂ, ਮੈਂ ਲੱਖਾਂ ਵਾਰੀ ਕੁਰਬਾਨ ਜਾਂਦਾ, ਵਾਰੰਵਾਰ ਕੁਰਬਾਨ ਜਾਂਦਾ। ਹਰ ਸੱਜਣ ਅਗਮ ਅਗਾਹ, ਉਹ ਪ੍ਰਮਾਤਮਾ ਜਿਹੜਾ ਸਾਰਿਆਂ ਦਾ ਸੱਜਣ ਹੈ, ਸ੍ਰੇਸ਼ਟ ਜਨ ਸੱਜਣ, ਵਾਹਿਗੁਰੂ ਜੀ ਵਰਗਾ ਸੱਜਣ ਹੈ ਹੀ ਕੋਈ ਨਹੀਂ ਹੈ। ਗੁਰਬਾਣੀ ਕਹਿੰਦੀ ਦੁਨੀਆ ਦੇ ਵਿੱਚ ਬੜੇ ਮਿੱਤਰ ਨੇ ਪਰ ਹਰਸਾ ਮੀਤ ਨਾਹੀ ਮੈਂ ਕੋਈ, ਰੱਬ ਵਰਗਾ ਕੋਈ ਮਿੱਤਰ ਨਹੀਂ ਹੈ। ਦੇਖੋ ਇਹ ਰੱਬ ਹੈ ਜਿਹੜਾ ਹਰ ਥਾਂ ਤੇ ਤੁਹਾਡਾ ਮਦਦਗਾਰ ਬਣੇ। ਕੋਈ ਦੁਨਿਆਵੀ ਮਿੱਤਰ ਤੁਹਾਡਾ ਹਰ ਥਾਂ ਤੇ ਮਦਦਗਾਰ ਨਹੀਂ ਬਣ ਸਕਦਾ। ਰੱਬ ਤੇ ਉੱਥੇ ਵੀ ਤੁਹਾਡਾ ਸਾਥ ਦੇਵੇਗਾ ਜਹ ਮਾਤ ਪਿਤਾ ਸੁਤ ਮੀਤ ਨਾ ਪਾਈ। ਗੁਰੂਦੇਵ ਕਹਿੰਦੇ ਉਹ ਵਾਹਿਗੁਰੂ ਜੀ ਜਿਹੜਾ ਸੱਜਣ ਹੈ, ਹਰ ਕਿਸੇ ਦਾ ਸੱਜਣ ਹੈ। ਅਗਮ, ਅਗਮ ਦਾ ਅਰਥ ਹੈ ਜਿਹੜਾ ਸਾਡੀ ਗਮਤਾ ਤੋਂ ਪਰੇ ਹੈ, ਜਿਹਨੂੰ ਹੱਥਾਂ ਨਾਲ ਫੜ ਨਹੀਂ ਸਕਦੇ, ਸਰੀਰ ਕਰਕੇ ਆਪਾਂ ਉਹਦੇ ਤੱਕ ਪਹੁੰਚ ਨਹੀਂ ਸਕਦੇ, ਕਿਉਂਕਿ ਪ੍ਰਮਾਤਮਾ ਆਕਾਰ ਨਹੀਂ ਨਾ। ਪਰਮਾਤਮਾ ਨੂੰ ਆਪਾਂ ਕਿਸੇ ਤਰੀਕੇ ਨਾਲ ਖਰੀਦ ਵੀ ਨਹੀਂ ਸਕਦੇ ਕਿ ਪੈਸੇ ਦਿਓ ਤੇ ਰੱਬ ਦਾ ਨਾਮ ਮਿਲ ਜਾਏ। ਹੁਣ ਭਾਵੇਂ ਅਸੀਂ ਇਹੋ ਜਿਹੀ ਇੱਕ ਰੀਤ ਬਣਾ ਲਈ ਹੈ ਕਿ ਰੱਬ ਦੇ ਨਾਮ ਲੋਕ ਵੇਚਦੇ ਨੇ। ਆਪਾਂ ਦੇਖਦੇ ਪਾਠ ਵਿਕਦੇ ਨੇ, ਪੈਸੇ ਦੇ ਕੇ ਅਸੀਂ ਪਾਠ ਕਰਾ ਲੈਨੇ, ਗੱਲ ਬਣ ਜਾਏਗੀ। ਰੱਬ ਜਿਹੜਾ ਹੈ ਉਹ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ। ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ।
ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਇੱਕ ਬੜੀ ਪਿਆਰੀ ਉਦਾਹਰਣ ਦਿੱਤੀ। ਸਮਨ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਠ। ਇਹ ਸ੍ਰੇਸ਼ਟ ਮਨ ਵਾਲੇ ਮਨੁੱਖ, ਇਹ ਜਿਹੜਾ ਪਿਆਰ ਹੈ ਨਾ, ਜੇ ਕਿਤੇ ਰੁਪਈਆਂ ਦੇ ਬਦਲੇ ਮਿਲਦਾ ਹੋਏ। ਰਾਵਣ ਹੋਤੇ ਸੋ ਰੰਕਨ ਨੇ ਦਿਨ ਸਿਰ ਦੀਨੇ ਕਾਟ। ਰਾਵਣ ਕੋ ਕੰਗਾਲ ਨਹੀਂ ਸੀ, ਸੋਨੇ ਦੀ ਲੰਕਾ ਸੀ ਉਹਦੀ। ਉਸ ਰਾਵਣ ਨੇ ਆਪਣੇ ਇਸ਼ਟ ਨੂੰ ਖੁਸ਼ ਕਰਨ ਦੇ ਲਈ ਕਈ ਵੇਰਾ ਸਿਰ ਕੱਟ ਕੱਟ ਕੇ ਉਹਦੇ ਅੱਗੇ ਰੱਖਿਆ। ਇਹ ਉਦਾਹਰਣ ਸਤਿਗੁਰੂ ਜੀ ਨੇ ਦਿੱਤੀ ਹੈ। ਸਾਹਿਬ ਕਹਿੰਦੇ ਪ੍ਰਮਾਤਮਾ ਅਗੰਮ ਹੈ, ਉਹਨੂੰ ਤੁਸੀਂ ਪੈਸੇ ਨਾਲ, ਚਲਾਕੀ ਨਾਲ, ਚਤਰਾਈ ਨਾਲ, ਬਾਹਰਲੇ ਅਡੰਬਰ ਦੇ ਰਾਹੀਂ ਨਹੀਂ ਪ੍ਰਾਪਤ ਕਰ ਸਕਦੇ। ਅਗਾ ਗਾ ਦਾ ਅਰਥ ਹੈ ਕਿ ਜਿਹਦਾ ਤੁਸੀਂ ਕੋਈ ਭਾਰਾਵਾਰ ਨਹੀਂ ਪਾ ਸਕਦੇ। ਆਪਾਂ ਆਮ ਦੇਖਦੇ ਹਾਂ, ਆਪਾਂ ਕਹਿੰਦੇ ਕਿ ਇੰਨੀ ਧਰਤੀ ਗਾਹ ਦਿੱਤੀ, ਇੰਨਾ ਥਾਂ ਆਪਾਂ ਕਰ ਲਿਆ, ਇਹ ਕੰਮ ਕਰ ਲਿਆ। ਲੇਕਿਨ ਪਰਮਾਤਮਾ ਦੇ ਗੁਣਾਂ ਨੂੰ ਤੁਸੀਂ ਪੂਰਨ ਤੌਰ ਤੇ ਜਾਣ ਹੀ ਨਹੀਂ ਸਕਦੇ, ਪਰਮਾਤਮਾ ਦੀ ਗਹਿਰਾਈ ਨੂੰ ਪੂਰਨ ਤੌਰ ਤੇ ਸਮਝ ਨਹੀਂ ਸਕਦੇ। ਸਾਹਿਬ ਕਹਿੰਦੇ ਮੈਂ ਉਸ ਵਾਹਿਗੁਰੂ ਜੀ ਤੋਂ ਜਿਹੜਾ ਸਾਡਾ ਮਹਾਨ ਮਿੱਤਰ ਹੈ, ਉਹ ਵਾਹਿਗੁਰੂ ਜੀ ਜਿਹੜਾ ਬੜਾ ਅਗੰਮ ਤੇ ਅਗਾਹ ਹੈ, ਉਹਦੇ ਤੋਂ ਲੱਖਾਂ ਵਾਰੀ ਕੁਰਬਾਨ ਜਾਂਦਾ, ਬਲਿਹਾਰ ਜਾਂਦਾ ਹਾਂ। ਸਰਮ ਪਈ ਨਾਰਾਇਣ ਨਾਨਕ ਦਰ ਪਈ ਆਹ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਵਾਹਿਗੁਰੂ ਦੀ ਇੱਕ ਹੋਰ ਬੜੀ ਵੱਡੀ ਵਡਿਆਈ ਹੈ। ਉਹ ਵਡਿਆਈ ਹੈ ਕਿ ਜਿਹੜਾ ਇੱਕ ਵਾਰੀ ਪ੍ਰਮਾਤਮਾ ਦੀ ਚਰਨ ਸ਼ਰਨ 'ਚ ਡਿੱਗ ਪਏ, ਜਿਹੜਾ ਇਹ ਗੱਲ ਕਹਿ ਦੇ ਕਿ ਪ੍ਰਮਾਤਮਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸਹੇਲੇ, ਜਿਹੜਾ ਦੁਨੀਆ ਦੇ ਸਾਰੇ ਓਟ ਆਸਰੇ ਛੱਡ ਕੇ ਕੇਵਲ ਪ੍ਰਮਾਤਮਾ ਦਾ ਆਸਰਾ ਲੈ ਲੇ ਕਿ ਵਾਹਿਗੁਰੂ ਜੀਓ ਹੁਣ ਤੁਹਾਡੇ ਤੋਂ ਬਿਨਾਂ ਕੋਈ ਓਟ ਆਸਰਾ ਨਹੀਂ ਹੈ। ਸ਼ਰਮ ਪਈ ਨਾਰਾਇਣ ਹੈ। ਸ਼ਰਮ ਦਾ ਅਰਥ ਹੁੰਦਾ ਲਾਜ। ਪਰਮਾਤਮਾ ਨੂੰ ਲਾਜ ਆਉਂਦੀ ਹੈ, ਜਿਹੜਾ ਉਹਦੇ ਦਰ ਤੇ ਆ ਕੇ ਡਿੱਗੇ ਪ੍ਰਮਾਤਮਾ ਨੂੰ ਝਟ ਗਲੇ ਲਗਾ ਲੈਂਦਾ। ਅਸੀਂ ਦਰਅਸਲ ਡਿੱਗਦੇ ਹੀ ਨਹੀਂ ਹਾਂ ਪਰਮਾਤਮਾ ਦੇ ਦਰ ਤੇ। ਜੇ ਡਿੱਗ ਪਵਾਂਗੇ, ਪਰਮਾਤਮਾ ਇਹੋ ਜਿਹਾ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਧਾ। ਉਹ ਵਾਹਿਗੁਰੂ ਜੀ ਦਾ ਇਹ ਬਿਰਧ ਹੈ, ਸੁਭਾਵ ਹੈ ਮੁੱਢ ਕਦੀਮੀ, ਕਿ ਜਿਹੜਾ ਵੀ ਪ੍ਰਮਾਤਮਾ ਦੀ ਸ਼ਰਨ 'ਚ ਡਿੱਗ ਪਏਗਾ, ਭਾਵੇਂ ਉਹ ਕਿਸੇ ਤਰ੍ਹਾਂ ਦਾ ਵੀ ਹੈ, ਉਹ ਮਾੜਾ ਹੈ, ਚੰਗਾ ਹੈ, ਗਰੀਬ ਹੈ, ਅਮੀਰ ਹੈ, ਪਾਪੀ ਹੈ, ਪੁੰਨੀ ਹੈ, ਇਹ ਗੱਲ ਮੈਟਰ ਨਹੀਂ ਕਰਦੀ। ਜਿਹੜਾ ਪ੍ਰਮਾਤਮਾ ਦੀ ਸ਼ਰਨ 'ਚ ਡਿੱਗ ਪਏਗਾ, ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹ। ਨਾਨਕ ਜੀ ਪ੍ਰਮਾਤਮਾ ਦੀ ਚਰਨ ਸ਼ਰਨ 'ਚ ਡਿੱਗਾਂਗੇ ਤੇ ਪ੍ਰਮਾਤਮਾ ਨੂੰ ਲਾਜ ਆਉਂਦੀ, ਉਹ ਆਪਣੇ ਗਲੇ ਨਾਲ ਲਗਾ ਲੈਂਦਾ। ਉਹ ਕਰ ਗਹਿ ਲੀਨੀ ਪਾਰ ਬ੍ਰਹਮ, ਉਹ ਬਾਹੋਂ ਫੜ ਕੇ ਆਪਣੇ ਬਣਾ ਲੈਂਦਾ। ਭੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ। ਦੁਨੀਆ ਦੇ ਧਾਰਮਿਕ ਲੋਕਾਂ ਨੇ ਕਿਹਾ ਸੀ ਕਿ ਮਾਇਆ ਦੁੱਖਾਂ ਦਾ ਕਾਰਨ ਹੈ, ਇਹ ਦੁਨੀਆ 'ਚ ਰਹਿ ਕੇ ਸੁੱਖ ਨਹੀਂ ਮਿਲ ਸਕਦੇ। ਉਹ ਦੁਨੀਆਦਾਰੀ ਨੂੰ ਛੱਡ ਕੇ ਜੰਗਲਾਂ ਵੱਲ ਨੂੰ ਭੱਜ ਪਏ, ਕਿਤੇ ਮਾਇਆ ਸਾਡੇ ਤੇ ਪ੍ਰਭਾਵ ਹੀ ਨਾ ਪਾ ਦੇਵੇ। ਲੋਕਾਂ ਨੇ ਕਿਹਾ ਜੀ ਪੈਸੇ ਨੂੰ ਹੱਥ ਨਹੀਂ ਲਾਉਣਾ। ਵੱਡੇ ਵੱਡੇ ਤਪਸਵੀ ਇਸ ਕਰਕੇ ਸਮਾਜ ਤੋਂ ਕਿਨਾਰਾ ਕਰ ਗਏ ਕਿ ਕੋਈ ਇਸਤਰੀ ਸਾਡੇ ਮੱਥੇ ਨਾ ਲੱਗੇ। ਉਹਨਾਂ ਨੂੰ ਪੁੱਛੋ ਵੀ ਮਾਂ ਵੀ ਤੁਹਾਡੀ ਸੀ, ਧੀਆਂ ਵੀ, ਹੋਰ ਭੈਣਾਂ ਨੇ, ਇਸਤਰੀ ਦੇ ਮੱਥੇ ਲੱਗਣ ਨਾਲ ਕੀ ਹੋ ਜਾਏਗਾ। ਪਰ ਦਰਅਸਲ ਉਹ ਲੋਕ ਅੰਦਰੋਂ ਕਮਜ਼ੋਰ, ਉਹ ਭੱਜ ਕੇ ਸੋਚਦੇ ਨੇ ਮਾਇਆ ਤੋਂ ਅਸੀਂ ਬਚ ਜਾਵਾਂਗੇ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਨਾਲ ਸਾਂਝ ਪਾਈ, ਉਹਨਾਂ ਦੇ ਉੱਪਰ ਮਾਇਆ ਦਾ ਬਿਲਕੁਲ ਕੋਈ ਪ੍ਰਭਾਵ ਨਹੀਂ ਪੈਂਦਾ। ਉਹਨਾਂ ਦੇ ਤੇ ਮਨ ਵਾਹਿਗੁਰੂ ਜੀ ਦੇ ਚਰਨਾਂ 'ਚ ਹੀ ਜੁੜਿਆ ਰਹਿੰਦਾ। ਉਹ ਹਰ ਕਾਰਜ ਕਰਦਿਆਂ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਹਰ ਕੰਮ ਦੇ ਵਿੱਚੋਂ ਉਹ ਪ੍ਰਮਾਤਮਾ ਦੇ ਦੀਦਾਰ ਕਰ ਲੈਂਦੇ ਨੇ। ਦਰਅਸਲ ਕੋਈ ਵੀ ਚੀਜ਼ ਮਾੜੀ ਨਹੀਂ ਹੈ, ਹਰ ਚੀਜ਼ ਮਨੁੱਖ ਦੇ ਸੁੱਖ ਲਈ ਪ੍ਰਮਾਤਮਾ ਨੇ ਬਣਾਈ ਹੈ, ਹਰ ਚੀਜ਼ ਵਧੀਆ ਪ੍ਰਮਾਤਮਾ ਨੇ ਬਣਾਈ ਹੈ। ਮਨੁੱਖ ਦੀ ਆਪਣੇ ਅੰਦਰ ਜੋ ਮਾੜਾਪਣ ਹੈ, ਉਹਦੇ ਕਰਕੇ ਸਾਨੂੰ ਕੋਈ ਮਾੜਾ ਕੋਈ ਚੰਗਾ ਨਜ਼ਰ ਆਉਂਦਾ। ਜੋ ਕੁਝ ਅਸੀਂ ਅੰਦਰੋਂ ਹੋਵਾਂਗੇ, ਜੇ ਸਾਡੇ ਅੰਦਰ ਕ੍ਰੋਧ ਹੈ ਤੇ ਸਾਨੂੰ ਦੁਨੀਆ ਵੀ ਕ੍ਰੋਧੀ ਨਜ਼ਰ ਆਏਗੀ, ਸਾਡੇ ਅੰਦਰ ਹੰਕਾਰ ਹੈ ਸਾਨੂੰ ਦੁਨੀਆ ਹੰਕਾਰੀ ਨਜ਼ਰ ਆਏਗੀ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਿਸ ਮਨੁੱਖ ਨੇ ਪ੍ਰਮਾਤਮਾ ਨਾਲ ਸਾਂਝ ਪਾ ਲਈ, ਜਿਹਦਾ ਮਨ ਵਾਹਿਗੁਰੂ ਜੀ ਦੇ ਚਰਨ ਕਮਲਾਂ ਜੁੜ ਗਿਆ, ਜਿਹਨੇ ਵਾਹਿਗੁਰੂ ਜੀ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਲਾਹਾ ਗਿਣ ਲਿਆ, ਉਹਦੇ ਉੱਪਰ ਮਾਇਆ ਦਾ ਬਿਲਕੁਲ ਕੋਈ ਪ੍ਰਭਾਵ ਨਹੀਂ ਪੈਂਦਾ। ਉਹ ਮਾਇਆ ਨੂੰ ਵਰਤਦਿਆਂ ਵੀ ਇੱਦਾਂ ਰਹਿੰਦਾ ਜੋ ਕਮਲ ਰਹਿ ਵਿੱਚ ਪਾਣੀ ਹੈ। ਮੁਰਗਾਬੀ ਹੈ, ਪਾਣੀ 'ਚ ਰਹਿੰਦੀ ਹੈ, ਪਰ ਉਹਦੇ ਖੰਭਾਂ ਦੀ ਬਣਤਰ ਹੀ ਪ੍ਰਮਾਤਮਾ ਨੇ ਇਹੋ ਜਿਹੀ ਬਣਾਈ ਹੈ ਕਿ ਪਾਣੀ ਜਿਹੜਾ ਉਹਦੇ ਖੰਭਾਂ ਨੂੰ ਭਿਉਂ ਨਹੀਂ ਸਕਦਾ। ਪਾਣੀ 'ਚ ਰਹਿੰਦੀ, ਅਭਿੱਜ ਰਹਿੰਦੀ ਹੈ। ਕਮਲ ਪਾਣੀ 'ਚ ਰਹਿੰਦਾ ਹੋਇਆ ਪਾਣੀ ਤੋਂ ਨਿਰਲੇਪ ਰਹਿੰਦਾ। ਮਨੁੱਖ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਅਜਿਹਾ ਸੁਭਾਅ ਵਾਲਾ ਬਣ ਜਾਂਦਾ ਹੈ ਕਿ ਮਾਇਆ ਦੇ ਵਿੱਚ ਰਹਿੰਦਿਆਂ ਵੀ ਮਾਇਆ ਤੋਂ ਉਹ ਨਿਰਲੇਪ ਰਹਿੰਦਾ।
ਮਾਇਆ ਵਰਤਦਾ ਹੈ, ਪਰਉਪਕਾਰ ਕਰਦਾ ਹੈ, ਜ਼ਿੰਦਗੀ ਅੰਦਰ ਕਾਰਜ ਕਰਦਾ ਹੈ, ਪਰ ਮਾਇਆ ਉਹਨੂੰ ਵਿਆਪਦੀ ਨਹੀਂ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜਿਹਨੇ ਪ੍ਰਮਾਤਮਾ ਦਾ ਆਸਰਾ ਲੈ ਲਿਆ ਉਹਦੇ ਉੱਪਰ ਮਾਇਆ ਦਾ ਬਿਲਕੁਲ ਪ੍ਰਭਾਵ ਨਹੀਂ ਪੈਂਦਾ। ਭਗਤ ਜੀ ਕਹਿੰਦੇ ਮੇਰੇ ਤੇ ਵੀ ਮਾਇਆ ਵਾਰ ਕਰਨ ਲਈ ਆਈ। ਮਾਇਆ ਕਈ ਰੂਪਾਂ ਦੇ ਨਾਲ ਮਨੁੱਖ ਨੂੰ ਮੋਹਿਤ ਕਰਦੀ ਹੈ। ਕਬੀਰ ਆਈ ਮੁਝੇ ਪੈ ਅਨਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ। ਜਦੋਂ ਮੇਰਾ ਗੁਰੂ ਰਖਵਾਲਾ ਬਣ ਗਿਆ, ਮੈਂ ਗੁਰੂ ਦਾ ਆਸਰਾ ਲੈ ਲਿਆ, ਤੇ ਮਾਇਆ ਮੈਨੂੰ ਆਦੇਸ਼ ਦਾ ਅਰਥ ਹੈ ਪ੍ਰਣਾਮ ਕਰਨ ਲੱਗ ਪਈ, ਬੰਦਨਾ ਕਰਨ ਲੱਗ ਪਈ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਲ ਸਾਂਝ ਪਾਈ, ਕੰਠ ਮਿਲਿਆ ਹਰ ਨਾਹ, ਜਿਨ੍ਹਾਂ ਦਾ ਮਨ ਵਾਹਿਗੁਰੂ ਜੀ ਦੇ ਚਰਨਾਂ 'ਚ ਵਿੰਨਿਆ ਗਿਆ, ਜਿਨ੍ਹਾਂ ਨੇ ਵਾਹਿਗੁਰੂ ਜੀ ਦੀ ਓਟ ਲੈ ਲਈ, ਉਹਦੀ ਸੇਵਾ ਨੂੰ ਜ਼ਿੰਦਗੀ ਦਾ ਲਾਹਾ ਗਿਣ ਲਿਆ, ਉਹਨਾਂ ਦੇ ਉੱਪਰ ਬਿਲਕੁਲ ਵਿਖਿਆ ਪੋ ਨਾ ਸਕੀ। ਮਾਇਆ ਬਿਲਕੁਲ ਪ੍ਰਭਾਵ ਨਹੀਂ ਕਰਦੀ। ਮਾਇਆ ਦਾ ਪ੍ਰਭਾਵ ਇੱਦਾਂ ਹੁੰਦਾ ਹੈ ਕਿ ਮਾਇਆ ਮਨੁੱਖ ਦੇ ਅੰਦਰਲੇ ਮਨ ਨੂੰ, ਉਹਦੇ 'ਚੋਂ ਸੰਵੇਦਨਸ਼ੀਲਤਾ ਖਤਮ ਕਰ ਦਿੰਦੀ ਹੈ, ਉਹ 'ਚੋਂ ਪਿਆਰ ਖਤਮ ਕਰਦੀ, ਹਮਦਰਦੀ ਖਤਮ ਕਰ ਦਿੰਦੀ। ਬੰਦਾ ਕਠੋਰ ਹੋ ਜਾਂਦਾ ਹੈ, ਜਿਵੇਂ ਠੰਡ ਲੱਗਣ ਦੇ ਨਾਲ ਸਰੀਰ ਕਠੋਰ ਹੋ ਜਾਂਦਾ ਹੈ, ਸੁੰਨ ਹੋ ਜਾਂਦਾ ਹੈ। ਮਾਇਆ ਦੇ ਅਸਰ ਕਰਕੇ ਮਨੁੱਖ ਦਾ ਮਨ ਕਠੋਰ ਹੋ ਜਾਂਦਾ ਹੈ, ਪੱਥਰ ਬਣ ਜਾਂਦਾ। ਅਸੀਂ ਅਕਸਰ ਕਹਿੰਦੇ ਬੰਦਾ ਹੈ ਤਾਂ ਪੱਥਰ ਹੈ, ਉਹ ਦਿਲ ਕਰਕੇ ਪੱਥਰ ਬਣ ਜਾਂਦਾ ਹੈ। ਉਹਦੇ ਅੰਦਰ ਕੋਈ ਦਇਆ ਨਹੀਂ ਹੁੰਦੀ, ਉਹਦੇ ਅੰਦਰ ਕੋਈ ਪਿਆਰ ਨਹੀਂ ਹੁੰਦਾ, ਉਹ ਕਿਸੇ ਦੀ ਕੋਈ ਗੱਲਬਾਤ ਨੂੰ ਸੁਣਦਾ ਨਹੀਂ ਹੈ, ਉਹ ਬੋੜਾ ਵੀ ਹੋ ਜਾਂਦਾ, ਉਹ ਅੰਨਾ ਵੀ ਹੋ ਜਾਂਦਾ। ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਜ਼ਿੰਦਗੀ ਅੰਦਰ ਦੁਖੀ ਵਿਚਰਦਾ ਹੈ। ਪਰ ਜਿਨ੍ਹਾਂ ਨੇ ਵਾਹਿਗੁਰੂ ਜੀ ਦਾ ਆਸਰਾ ਲਿਆ, ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ। ਹੇ ਨਾਨਕ ਜੀ, ਵਾਹਿਗੁਰੂ ਜੀ ਦੇ ਦਰ ਤੇ ਡਿੱਗਿਆ, ਵਾਹਿਗੁਰੂ ਜੀ ਨੂੰ ਲਾਜ ਆਈ, ਵਾਹਿਗੁਰੂ ਜੀ ਨੇ ਬਾਂਹ ਫੜ ਕੇ ਆਪਣੇ ਬਣਾ ਲਿਆ। ਫਿਰ ਪੋਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪਰਵਾਹ। ਜਿਨ੍ਹਾਂ ਤੇ ਵਾਹਿਗੁਰੂ ਜੀ ਨੇ ਬਖਸ਼ਿਸ਼ ਕਰ ਦਿੱਤੀ। ਪੋਖ ਦਾ ਅਰਥ ਹੈ ਜ਼ਿੰਦਗੀ ਰੂਪ ਪੋਹ ਦਾ ਮਹੀਨਾ। ਉਹਨਾਂ ਦੀ ਜ਼ਿੰਦਗੀ 'ਚ ਹਰ ਚੀਜ਼ ਉਹਨਾਂ ਨੂੰ ਮਿਲ ਗਈ, ਉਹਨਾਂ ਦਾ ਜੀਵਨ ਸੁਹਾਵਣਾ ਬਣ ਗਿਆ। ਪੋਖ ਸੁਹੰਦਾ, ਜੀਵਨ ਸੁਹਾਵਣਾ ਬਣ ਗਿਆ। ਸਰਬ ਸੁਖ, ਉਹਨਾਂ ਨੂੰ ਸਾਰੇ ਸੁੱਖ ਪਰਮਾਤਮਾ ਨੇ ਦੇ ਦਿੱਤੇ। ਉਹਨਾਂ ਨੂੰ ਹਰ ਚੀਜ਼ ਜਿਹੜੀ ਸੁਖਦਾਈ ਹੋ ਗਈ। ਸੁੱਖ ਕਿਸੇ ਵਸਤੂ ਵਿੱਚ ਨਹੀਂ ਹੈ, ਸੁੱਖ ਤੇ ਸਾਡੀ ਸੁਰਤ ਵਿੱਚ ਹੈ, ਸੁੱਖ ਸਾਡੀ ਬਿਰਤੀ ਦੇ ਅੰਦਰ ਹੈ। ਜਦੋਂ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਅੰਦਰੋਂ ਨਿਰਵੈਰ ਹੋ ਜਾਵਾਂਗੇ, ਅੰਦਰੋਂ ਲੱਭ ਲੋਭ ਤੋਂ ਉੱਚੇ ਉੱਠ ਜਾਵਾਂਗੇ, ਅੰਦਰੋਂ ਈਰਖਾ ਤੋਂ ਰਹਿਤ ਹੋ ਜਾਵਾਂਗੇ, ਹਰ ਬੰਦਾ ਹੀ ਸਾਨੂੰ ਰੱਬ ਦਾ ਬੰਦਾ ਨਜ਼ਰ ਆਏਗਾ, ਹਰ ਹਿਰਦੇ 'ਚੋਂ ਪ੍ਰਮਾਤਮਾ ਨਜ਼ਰ ਆਏਗਾ। ਹਰ ਵਸਤੂ ਸਾਡੇ ਲਈ ਸੁੱਖਾਂ ਦਾ ਸਾਧਨ ਹੈ। ਜੋ ਕੁਝ ਪ੍ਰਮਾਤਮਾ ਨੇ ਬਣਾਇਆ ਸਾਡੇ ਲਈ ਬਣਾਇਆ, ਸੁੱਖਾਂ ਲਈ ਬਣਾਇਆ, ਦੁੱਖਾਂ ਲਈ ਤੇ ਚੀਜ਼ ਬਣਾਈ ਕੋਈ ਨਹੀਂ ਹੈ। ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਇਹ ਚੀਜ਼ ਨਾ ਕਿਤੇ ਹੁੰਦੀ, ਇਹ ਇੱਦਾਂ ਹੁੰਦੀ, ਇਹਦਾ ਮਤਲਬ ਅਸੀਂ ਰੱਬ ਦੀ ਬਣਾਈ ਹੋਈ ਚੀਜ਼ ਨੂੰ ਪ੍ਰਵਾਨ ਹੀ ਨਹੀਂ ਕਰ ਰਹੇ। ਅਸੀਂ ਰੱਬ ਨਾਲੋਂ ਸਿਆਣੇ ਬਣ ਗਏ। ਜਦੋਂ ਅਸੀਂ ਇਹ ਕਹਿੰਦੇ ਕਿ ਕਿਸੇ ਵਿਅਕਤੀ ਕਰਕੇ ਅਸੀਂ ਦੁਖੀ ਹਾਂ, ਕਿਸੇ ਵਸਤੂ ਕਰਕੇ ਦੁਖੀ ਹਾਂ, ਉਦੋਂ ਅਸੀਂ ਰੱਬ ਦੀ ਰਜ਼ਾ ਤੋਂ ਉਲਟ ਚੱਲ ਰਹੇ ਹੁੰਦੇ ਹਾਂ। ਕਿਉਂਕਿ ਰੱਬ ਨੇ ਦੁੱਖ ਲਈ ਤੇ ਕੋਈ ਚੀਜ਼ ਬਣਾਈ ਨਹੀਂ, ਕੋਈ ਰਿਸ਼ਤਾ ਦੁੱਖ ਲਈ ਨਹੀਂ ਬਣਾਇਆ, ਕੋਈ ਵਸਤੂ ਦੁੱਖ ਲਈ ਨਹੀਂ ਬਣਾਈ। ਪਰ ਜਿਉਂ-ਜਿਉਂ ਮਨੁੱਖ ਗੁਰੂ ਰਾਹੀਂ ਪ੍ਰਮਾਤਮਾ ਦੇ ਪਿਆਰ ਜੁੜਦਾ ਹੈ, ਤਿਉਂ-ਤਿਉਂ ਉਹਦੀ ਜ਼ਿੰਦਗੀ ਸੁਹਾਵਣੀ ਹੁੰਦੀ ਜਾਂਦੀ ਹੈ। ਜ਼ਿੰਦਗੀ ਸੁਹਾਵਣੀ ਦਾ ਅਰਥ ਇਹ ਨਹੀਂ ਹੈ ਕਿ ਉਹ ਰੰਗ ਰੂਪ ਕਰਕੇ ਸੋਹਣਾ ਹੋਏ। ਮੁਬਾਰਕ ਹੈ ਜੋ ਵਾਹਿਗੁਰੂ ਜੀ ਨੇ ਸਾਨੂੰ ਸਰੂਪ ਦਿੱਤਾ ਹੈ। ਜ਼ਿੰਦਗੀ ਸੁਹਾਵਣੀ ਇਸ ਕਰਕੇ ਨਹੀਂ ਹੈ ਕਿ ਬਹੁਤ ਕੀਮਤੀ ਕੱਪੜੇ ਪਾਵਾਂਗੇ ਅਸੀਂ ਸੋਹਣੇ ਬਣ ਜਾਵਾਂਗੇ, ਜਾਂ ਬਹੁਤ ਵੱਡੇ ਵੱਡੇ ਘਰਾਂ 'ਚ ਰਹਿ ਕੇ ਸੋਹਣੀ ਜ਼ਿੰਦਗੀ ਬਣ ਜਾਏਗੀ, ਜਾਂ ਹੋਰ ਦੁਨੀਆ ਦੀਆਂ ਸੁੱਖ ਸਹੂਲਤਾਂ ਬਹੁਤ ਹੋਣਗੀਆਂ ਤੇ ਜ਼ਿੰਦਗੀ ਸੋਹਣੀ ਬਣ ਜਾਏਗੀ। ਇਹ ਤੇ ਸਾਡੀਆਂ ਸੰਸਾਰਕ ਲੋੜਾਂ ਨੇ, ਇਹ ਵੀ ਵਾਹਿਗੁਰੂ ਦੇਵੇ, ਮੁਬਾਰਕ ਹੈ। ਪਰ ਜੋ ਇਹ ਸਭ ਕੁਝ ਦੁਨੀਆ ਦੇ ਬੇਅੰਤ ਲੋਕਾਂ ਕੋਲ ਹੈ, ਪਰ ਕੀ ਉਹਨਾਂ ਦੀ ਜ਼ਿੰਦਗੀ ਸੁਹਾਵਣੀ ਹੈ? ਕਿ ਉਹਨਾਂ ਦੀ ਜ਼ਿੰਦਗੀ ਸੁਖਦਾਈ ਹੈ? ਉਹਨਾਂ ਦੇ ਵੱਲ ਤੁਸੀਂ ਝਾਤ ਮਾਰੋਗੇ, ਉਹਨਾਂ ਦੀਆਂ ਤੇ ਬੇਅੰਤ ਹੋਰ ਹੀ ਤਰ੍ਹਾਂ ਦੀਆਂ ਪਰੇਸ਼ਾਨੀਆਂ ਨੇ, ਨਵੀਆਂ ਨਵੀਆਂ। ਜ਼ਿੰਦਗੀ ਸੁਹਾਵਣੀ ਦਾ ਅਰਥ ਇਹ ਹੈ ਕਿ ਜ਼ਿੰਦਗੀ ਅੰਦਰ ਕਿਸੇ ਨਾਲ ਕੋਈ ਵੈਰ ਨਹੀਂ, ਕਿਸੇ ਨਾਲ ਕੋਈ ਈਰਖਾ ਨਹੀਂ। ਜਿੱਥੇ ਜਾਏ ਹਰ ਇੱਕ ਹਿੱਸੇ ਵਿੱਚ ਉਹਨੂੰ ਰੱਬ ਹੀ ਨਜ਼ਰ ਆਏ, ਹਰ ਬੰਦਾ ਉਹਨੂੰ ਰੱਬ ਦਾ ਬੰਦਾ ਨਜ਼ਰ ਆਏ। ਇੱਕ ਬਿਰਤੀ ਬਣ ਜਾਏ ਕਿ ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਜਿੱਥੇ ਜਾਏ ਹਰ ਕੋਈ ਉਹਦੇ ਕੋਲ ਬੈਠਣ 'ਚ ਮਾਣ ਮਹਿਸੂਸ ਕਰੇ। ਜ਼ਿੰਦਗੀ ਸੁਹਾਵਣੀ ਉਦੋਂ ਬਣਦੀ ਹੈ, ਅਸੀਂ ਬਾਹਰੀ ਤੌਰ 'ਤੇ ਆਪਣੇ ਆਪ ਨੂੰ ਸੋਹਣੇ ਉਦੋਂ ਗਿਣਦੇ ਜਦੋਂ ਕੀਮਤੀ ਕੱਪੜੇ ਹੋਣ, ਜਦੋਂ ਸਾਡਾ ਕੋਈ ਸਟੇਟਸ ਹੋਏ, ਕੋਈ ਰੁਤਬਾ ਹੋਏ, ਧਨ ਦੌਲਤ, ਅਸੀਂ ਕਹਿੰਦੇ ਹੁਣ ਸੋਹਣੀ ਗੱਲ ਹੈ, ਦੁਨੀਆ ਸਾਡੇ ਕੋਲ ਬੈਠਣ 'ਚ ਮਾਣ ਮਹਿਸੂਸ ਕਰਦੀ, ਇਹ ਦੁਨਿਆਵੀ ਗੱਲ ਹੈ। ਪਰ ਜਿਸ ਮਨੁੱਖ ਦੀ ਸਾਂਝ ਪ੍ਰਮਾਤਮਾ ਨਾਲ ਬਣ ਗਈ, ਜਿਹਦੇ ਅੰਦਰ ਦਇਆ ਆ ਗਈ, ਪਿਆਰ ਆ ਗਿਆ, ਜਿਹਦੇ ਪ੍ਰਥਾਏ ਸਤਿਗੁਰੂ ਜੀ ਨੇ ਕਿਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹ, ਜਿਹਦੇ ਅੰਦਰ ਪਰਉਪਕਾਰ ਹੀ ਕਰਨ ਦੀ ਭੁੱਖ ਹੈ,
ਜਿਹਦੇ ਅੰਦਰ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਦੀ ਹੀ ਖਿੱਚ ਹੈ, ਜਿਹੜਾ ਹਰ ਕਿਸੇ ਨੂੰ ਪਿਆਰ ਕਰਦਾ ਹੈ, ਜਿਹਨੂੰ ਸਾਰਿਆਂ ਦੇ ਵਿੱਚੋਂ ਪ੍ਰਮਾਤਮਾ ਨਜ਼ਰ ਆਉਂਦਾ ਹੈ, ਉਹ ਜਿੱਧਰ ਨਜ਼ਰ ਮਾਰਦਾ ਕਹਿੰਦਾ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹਦੀ ਜ਼ਿੰਦਗੀ ਇੰਨੀ ਸੋਹਣੀ ਬਣ ਜਾਂਦੀ ਹੈ ਕਿ ਦੁਨੀਆ ਤੇ ਉਹਦੇ ਦਰਸ਼ਨਾਂ ਨੂੰ ਤੰਗਦੀ ਹੈ। ਦੁਨੀਆ ਉਹਦੇ ਕੋਲ ਬੈਠਣ 'ਚ ਮਾਣ ਤੇ ਸੁੱਖ ਮਹਿਸੂਸ ਕਰਦੀ ਹੈ, ਕਿਉਂਕਿ ਉਹਦੇ ਕੋਲ ਸੁੱਖ ਹੈ, ਉਹ ਲੋਕਾਂ ਨੂੰ ਸੁੱਖ ਦੇਵੇਗਾ। ਸਤਿਗੁਰੂ ਸਾਹਿਬ ਜੀ ਕਹਿੰਦੇ ਪੋਖ ਸੁਹੰਦਾ ਸਰਬ ਸੁੱਖ। ਉਸ ਮਨੁੱਖ ਦੀ ਜ਼ਿੰਦਗੀ ਸੁਹਾਵਣੀ ਹੋ ਜਾਂਦੀ ਹੈ ਜਿਹੜਾ ਪ੍ਰਮਾਤਮਾ ਦੇ ਗਲੇ ਨਾਲ ਲੱਗ ਗਿਆ, ਜਿਹਨੇ ਵਾਹਿਗੁਰੂ ਜੀ ਦੇ ਚਰਨਾਂ 'ਚ ਆਪਣੇ ਮਨ ਨੂੰ ਜੋੜ ਲਿਆ, ਜਿਹੜਾ ਹਮੇਸ਼ਾ ਪ੍ਰਮਾਤਮਾ ਦੇ ਗੁਣਾਂ ਦਾ ਗਾਹਕ ਬਣਿਆ ਰਹਿੰਦਾ ਹੈ, ਜਿਹੜਾ ਵਾਹਿਗੁਰੂ ਜੀ ਵਿੱਚ ਸਮਾ ਰਿਹਾ, ਜਿਹਨੂੰ ਪ੍ਰਮਾਤਮਾ ਨੇ ਬਾਂਹ ਫੜ ਕੇ ਆਪਣੇ ਬਣਾ ਲਿਆ, ਉਹਦੀ ਜ਼ਿੰਦਗੀ ਸੁਹਾਵਣੀ ਬਣ ਜਾਂਦੀ ਹੈ। ਜਿਸ ਬਖਸ਼ੇ ਵੇ ਪ੍ਰਵਾਹ, ਜਿਹਦੇ ਤੇ ਬਖਸ਼ਿਸ਼ ਕਰਨ ਦਾ ਪ੍ਰਮਾਤਮਾ, ਉਹ ਪ੍ਰਮਾਤਮਾ ਦਾ ਸੁਭਾਅ ਕੀ ਵੇ ਪ੍ਰਵਾਹ ਹੈ। ਉਹਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ ਹੈ, ਮੈਨੂੰ ਕੋਈ ਚੇਤੇ ਕਰਦਾ ਜਾਂ ਨਹੀਂ ਕਰਦਾ, ਉਹਨੂੰ ਕੋਈ ਪ੍ਰਵਾਹ ਨਹੀਂ ਹੈ। ਉਹਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ। ਉਹ ਕਿਹੜਾ ਵੋਟਾਂ ਦੇ ਨਾਲ ਚੁਣਿਆ ਜਾਣਾ। ਜਿਹੜੇ ਵੋਟਾਂ ਨਾਲ ਚੁਣੇ ਜਾਂਦੇ ਨੇ ਉਹਨਾਂ ਨੂੰ ਡਰ ਹੋ ਸਕਦਾ ਹੈ, ਉਹਨਾਂ ਨੂੰ ਕਿਸੇ ਦੀ ਕਿਸੇ ਥਾਂ ਤੇ ਖੁਸ਼ਾਮਦ ਕਰਨੀ ਪੈ ਜਾ ਸਕਦੀ ਹੈ, ਉਹ ਕਿਸੇ ਦੇ ਮੁਤਾਜ ਹੋ ਸਕਦੇ ਨੇ, ਪਰ ਪ੍ਰਮਾਤਮਾ ਬੇਪਰਵਾਹ ਹੈ। ਉਹਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ ਹੈ, ਉਹਨੂੰ ਕਿਸੇ ਦਾ ਕੋਈ ਡਰ ਨਹੀਂ ਹੈ, ਔਰ ਜਿਹਦੇ ਤੇ ਉਹਨੇ ਬਖਸ਼ਿਸ਼ ਕਰਨੀ ਹੈ ਉਹ ਕਿਸੇ ਦੀ ਰਾਏ ਨਹੀਂ ਲੈਂਦਾ। ਔਰ ਵਾਹਿਗੁਰੂ ਜੀ ਬਖਸ਼ਿਸ਼ ਕਰਦਾ ਹੈ ਨਾ, ਤੇ ਉਹ ਹਰ ਕਿਸੇ ਤੇ ਗਰੀਬਾਂ ਤੇ ਕਰਦਾ, ਡਰਦਾ ਨਹੀਂ ਹੈ ਕਿਸੇ ਕੋਲੋਂ। ਬਾਬਾ ਰਵਿਦਾਸ ਸਾਹਿਬ ਜੀ ਨੇ ਇੱਕ ਬਚਨ ਕਿਹਾ ਸੀ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛਤਰ ਤਰੈ, ਜਾ ਕੀ ਸ਼ੋਤ ਜਗਤ ਕੋ ਲਾਗੇ ਤਾਂ ਪਰ ਤੁਹੀਂ ਠਰੈ, ਨੀਚਾ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਉਹ ਬੇਪਰਵਾਹ ਹੈ ਪ੍ਰਮਾਤਮਾ। ਸਤਿਗੁਰੂ ਜੀ ਨੇ ਇਸ ਮੁੱਖ ਵਾਕ ਦੇ ਰਾਹੀਂ ਜਿੱਥੇ ਪ੍ਰਮਾਤਮਾ ਦਾ ਸੁਭਾਅ ਦੱਸਿਆ ਕਿ ਪ੍ਰਮਾਤਮਾ ਬੇਪਰਵਾਹ ਹੈ, ਪ੍ਰਮਾਤਮਾ ਦਾਰਿਆਂ ਦੀ ਲਾਜ ਰੱਖਦਾ ਹੈ, ਪ੍ਰਮਾਤਮਾ ਅਗਮ ਹੈ, ਅਗਾਹ ਹੈ, ਬੇਅੰਤ ਹੈ, ਅਗੋਚਰ ਹੈ, ਉੱਥੇ ਸਤਿਗੁਰੂ ਜੀ ਨੇ ਕਿ ਜਿਹੜੇ ਪ੍ਰਮਾਤਮਾ ਦੇ ਪਿਆਰ 'ਚ ਜੁੜ ਜਾਂਦੇ ਨੇ, ਜਿਹੜੇ ਪ੍ਰਮਾਤਮਾ ਦੇ ਕੰਠ ਨਾਲ ਲੱਗ ਜਾਂਦੇ ਨੇ, ਜਿਹੜੇ ਪ੍ਰਮਾਤਮਾ 'ਚ ਆਪਣੇ ਮਨ ਨੂੰ ਜੋੜ ਲੈਂਦੇ ਨੇ, ਜਿਹੜੇ ਪ੍ਰਮਾਤਮਾ ਦੇ ਗੁਣਾਂ ਦੇ ਗਾਹਕ ਬਣ ਜਾਂਦੇ ਨੇ, ਉਹਨਾਂ ਦੇ ਉੱਪਰ ਬਿਲਕੁਲ ਮਾਇਆ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਭੋਖ ਤੁਖਾਰ ਮਿਹਣਾ ਕਰੜੀ ਸਰਦੀ ਜਿਹੜੀ ਠੰਡ ਉਹਨਾਂ ਨੂੰ ਵਿਆਪਦੀ ਨਹੀਂ ਹੈ। ਉਹ ਅੰਦਰੋਂ ਸਦਾ ਪ੍ਰਮਾਤਮਾ ਵਰਗੇ ਬਣੇ ਰਹਿੰਦੇ ਨੇ, ਤੇ ਉਹ ਹਮੇਸ਼ਾ ਹੀ ਉਸ ਪ੍ਰਮਾਤਮਾ ਦੇ ਪਿਆਰ ਜੁੜ ਕੇ ਪ੍ਰਮਾਤਮਾ ਤੋਂ ਕੁਰਬਾਨ ਹੁੰਦੇ। ਬਾਹਰ ਜਾਓ ਲੱਖ ਬੇਰੀਆਂ ਹਰ ਸੱਜਣ ਅਗਮ ਅਗਾਓ। ਪ੍ਰਮਾਤਮਾ ਦਾ ਇੱਕ ਸੁਭਾਅ ਹੈ, ਪ੍ਰਮਾਤਮਾ ਦਿਆਲੂ ਹੈ, ਕਿਰਪਾਲੂ ਹੈ, ਉਹ ਤੇ ਬਾਹੋਂ ਫੜ ਕੇ ਝਟ ਆਪਣੇ ਬਣਾ ਲੈਂਦਾ। ਅਸੀਂ ਥੋੜ੍ਹੀ ਜਿਹੀ ਭੁੱਖ ਪੈਦਾ ਕਰੀਏ ਪ੍ਰਮਾਤਮਾ ਦੇ ਪ੍ਰਤੀ, ਪ੍ਰਮਾਤਮਾ ਆਪ ਹੀ, ਪ੍ਰਮਾਤਮਾ ਨੂੰ ਮਿਲਣ ਲਈ ਕੋਈ ਜ਼ੋਰ ਨਹੀਂ ਲਾਉਣਾ ਪੈਂਦਾ। ਤੁਸੀਂ ਦੇਖਦੇ ਧਰਮ ਦੀ ਦੁਨੀਆ 'ਚ ਕਿ ਕਿੰਨਾ ਜ਼ੋਰ ਲਾਉਂਦੇ ਨੇ, ਸਰੀਰ ਨੂੰ ਕਸ਼ਟ ਦਿੰਦੇ ਨੇ, ਜੇ ਰੱਬ ਦਾ ਨਾਮ ਜਪਣ ਲੱਗਦੇ ਤਾਂ ਵੀ ਉਹ ਸਰੀਰੋਂ ਬਾਹਰੇ ਹੋ ਜਾਂਦੇ, ਇੰਨਾ ਜ਼ੋਰ ਲਾਉਂਦੇ ਨੇ। ਪਰਮਾਤਮਾ ਦਾ ਮਿਲਣ ਜਿਹੜਾ ਨਾ ਉਹ ਕੁਦਰਤੀ ਹੈ। ਪਰਮਾਤਮਾ ਬੜਾ ਦਿਆਲੂ ਹੈ। ਸਾਨੂੰ ਨੀਂਦ ਨਹੀਂ ਆਉਂਦੀ ਤੇ ਅਸੀਂ ਕਿ ਜ਼ੋਰ ਲਾਓ ਨੀਂਦ ਆ ਜਾਏਗੀ ਕੋਈ। ਸਾਨੂੰ ਭੁੱਖ ਨਹੀਂ ਲੱਗਦੀ, ਅਸੀਂ ਕਿ ਜੀ ਜਾਓ ਰਲ ਕੇ ਜ਼ੋਰ ਲਾਈਏ ਭੁੱਖ ਲੱਗ ਜਾਏਗੀ ਕੋਈ। ਇਹ ਤਾਂ ਇੱਕ ਕੁਦਰਤੀ ਪ੍ਰਕਿਰਿਆ ਹੈ। ਬਿਲਕੁਲ ਇਸੇ ਤਰੀਕੇ ਨਾਲ ਪ੍ਰਮਾਤਮਾ ਦੇ ਨਾਲ ਅਸੀਂ ਜ਼ੋਰ ਕਰਕੇ ਨਹੀਂ ਮਿਲ ਸਕਦੇ ਕਿ ਬਹੁਤ ਜ਼ੋਰ ਲਾਵਾਂਗੇ, ਬਹੁਤ ਅਸੀਂ ਵੱਡੇ ਵੱਡੇ ਧਾਰਮਿਕ ਕਰਮ ਕਰਾਂਗੇ ਤੇ ਰੱਬ ਮਿਲ ਜਾਏਗਾ, ਜਾਂ ਸਰੀਰ ਨੂੰ ਕਸ਼ਟ ਦੇਵਾਂਗੇ ਰੱਬ ਮਿਲ ਜਾਏਗਾ। ਨਹੀਂ, ਪਰਮਾਤਮਾ ਤੇ ਬੜਾ ਦਿਆਲੂ ਤੇ ਬੇਪਰਵਾਹ ਹੈ। ਉਹਨੇ ਤੇ ਬਾਂਹ ਫੜ ਕੇ ਆਪਣੀ ਝੱਟ ਬਣਾ ਲੈਣਾ, ਪਰ ਕਦੋਂ? ਜਦੋਂ ਅਸੀਂ ਉਹਦੇ ਗੁਣਾਂ ਦੇ ਗਾਹਕ ਬਣ ਜਾਵਾਂਗੇ। ਪਰਮਾਤਮਾ ਦੇ ਗੁਣ ਗਾਇਆ ਕਰੀਏ, ਪਰਮਾਤਮਾ ਦੀ ਕੀਰਤੀ ਕਰਿਆ ਕਰੀਏ। ਪਰਮਾਤਮਾ ਦੇ ਗੁਣ ਗਾਉਣਾ ਹੀ ਪਰਮਾਤਮਾ ਨਾਲ ਜੁੜਨਾ ਹੈ। ਪਰਮਾਤਮਾ ਦੇ ਗੁਣ ਗਾਉਂਦਿਆਂ ਜਿਉਂ-ਜਿਉਂ ਉਹ ਸਾਡੇ ਆਚਾਰ ਕਿਰਦਾਰ ਵਿੱਚ ਆ ਗਏ, ਸਮਝੋ ਅਸੀਂ ਪਰਮਾਤਮਾ ਦੇ ਗਲੇ ਲੱਗ ਗਏ। ਗਲੇ ਆਪਾਂ ਲੱਗਦੇ ਆ ਨਾ ਜਦੋਂ ਵਾਹਿਗੁਰੂ ਜੀ ਦੇ ਗੁਣ ਸਾਡੇ ਅੰਦਰ ਵਸਣ, ਇਹ ਹੈ ਪਰਮਾਤਮਾ ਨੂੰ ਗਲੇ ਲਗਾਉਣਾ। ਹੁਣ ਜਦੋਂ ਅੰਦਰ ਪਰਮਾਤਮਾ ਦੇ ਗੁਣ ਵਸ ਗਏ, ਉੱਥੇ ਮਾਇਆ ਦਾ ਪ੍ਰਭਾਵ ਕੀ ਕਰੇਗਾ? ਉੱਥੇ ਤੇ ਦੁਨੀਆ ਦਾ ਕੋਈ ਦੁੱਖ ਜਾ ਹੀ ਨਹੀਂ ਸਕਦਾ। ਉੱਥੇ ਤੇ ਧਰਮਰਾਜ ਤੇ ਜਮਰਾਜ ਵੀ ਡਰਦੇ ਭੱਜ ਜਾਂਦੇ ਨੇ। ਮਾਇਆ ਉੱਥੇ ਕੀ ਵਿਗਾੜ ਸਕੇਗੀ? ਮਾਇਆ ਤੇ ਸਗੋਂ ਦਾਸੀ ਬਣ ਜਾਏਗੀ। ਮਾਇਆ ਤੇ ਪ੍ਰਮਾਤਮਾ ਦੀ ਛਾਂ ਹੈ। ਸੂਰਜ ਵੱਲ ਨੂੰ ਮੂੰਹ ਕਰਕੇ ਤੁਰੋਗੇ, ਛਾਂ ਮਗਰ ਮਗਰ ਤੁਰੀ ਆਏਗੀ। ਛਾਂ ਜਿਹੜੀ ਹੈ ਉਹ ਮਗਰ ਮਗਰ ਤੁਰੀ ਆਏਗੀ। ਸੂਰਜ ਵੱਲ ਨੂੰ ਪਿੱਠ ਕਰਕੇ ਤੁਰੋਗੇ, ਛਾਂ ਅੱਗੇ ਅੱਗੇ ਭੱਜੀ ਜਾਏਗੀ। ਜਿੰਨਾ ਭੱਜੋਗੇ ਛਾਂ ਹੋਰ ਭੱਜੇਗੀ, ਉਹਨੂੰ ਪਿੱਛੇ ਨਹੀਂ ਛੱਡ ਸਕਦੇ ਤੁਸੀਂ। ਪਰਮਾਤਮਾ ਵੱਲ ਨੂੰ ਪਿੱਠ ਕਰਕੇ ਤੁਰ ਪਏ, ਇਹ ਦੁਨੀਆ ਦੇ ਪਦਾਰਥ ਅੱਗੇ ਅੱਗੇ ਭੱਜਣਗੇ, ਅਸੀਂ ਮਗਰ ਮਗਰ ਭੱਜਾਂਗੇ। ਇਹਨਾਂ ਦੇ ਨਹੀਂ ਫੜ ਸਕਦੇ ਆਪਾਂ ਇਹਨਾਂ ਨੂੰ।
नहीं सुखी हो सकते आपां। परमात्मा वाल नूं मूँह करके तुर पए, ये तो पदार्थ मगर मगर ही तुरे आउणगे, ये माया दासी बन जाएगी। सतगुरु जी कहते हैं कि जदों परमात्मा का ओट आसरा ले लिया, परमात्मा आप ही बाहों फड़ के अपने विच लिवलीन कर लैंदा, इहो जिहा करदा कि मुड़ के परमात्मा नालों विछोड़ा ही कदी नहीं पैंदा। अजिहे परमात्मा तो सतगुरु जी कहते मैं लखां वारी कुर्बान जाना। सानू भी सतगुरु जी प्रेरणा करते हैं कि रोज़ परमात्मा तो कुर्बान जाया करो। किड्डी वड्डी रहमत की वाहिगुरु जी ने। कदी एकांत विच बैठ के सोचा करिए, वाहिगुरु जी ने साडा शरीर कितना अनूठा बनाया, वाहिगुरु जी ने साडे च देखण वाली किहड़ी शक्ति रखी है, सुनने वाली किहड़ी शक्ति रखी है, वह किहड़ी ताकत जिहदे करके असीं तुरदे फिरदे बोलदे चलदे हां, असीं किस आसरे ते जिउंदे हां। साडीआं नज़रां दे सामने किन्ने लोग तुरे जांदे ने जदों चीज़ उन्हां च नहीं रहिंदी। उस वाहिगुरु जी तो आपां कुर्बान जाइए, जिन कन कीते अखी नाक, जिन जिहवा दित्ती बोले तात, जिन मैं राख्या अग्नि पाए, वाजे पवन आखे सब जाए। उस परमात्मा तो सदा कुर्बान जाया करिए। जियो पिंड जिन साजिया, दिता पहनन खाण, जिन्हें साडे शरीर नूं बनाया, विच जीव आत्मा पाई ते सानू खाण पीण पहनण दे बेअंत पदार्थ दिते ने। वो परमात्मा बेप्रवाह है, वो परमात्मा दारायां दी लाज रखदा है, वो परमात्मा अगम अगा और सारियां दा सज्जन है, वो हर किसी नूं प्यार करदा है। वो परमात्मा जिहड़ा हब कहीं दा मित्र, हर किसी दा मित्र है। ये साडी एक अज्ञानता भरियां सोचां ने जी परमात्मा साडा ख्याल ही नहीं करता, परमात्मा ने भुला दिता जी, परमात्मा ने बड़ा जुल्म ढाया साडे ते, परमात्मा ने कहर वरताता साडे ते। ये साडियां अज्ञानता दीयां गल्लां ने। परमात्मा बहुत दयालु है, परमात्मा बड़ा कृपालु है, वह मेहरबान है, वह सद बख्शिन सदा मेहरबाना है। उस परमात्मा के गुणों का पता गुरु कोल आके लगेगा। मनुख गुरु की तो गल सुनना ही नहीं चाहता। गुरु तो बिना परमात्मा के गुणों का नहीं पता लगेगा। परमात्मा के गुण गाउण तो बिना वाहिगुरु जी की बंदगी नहीं हो सकेगी। कोई बंदा कहे जी मैं कला चलो अखा ही मीट के बैठा रहा, जां कोई कहे जी मैं हुण जंगलों च बैठा रहा। गुरबाणी कहती विण गुण कीते भगत न होए। वाहिगुरु जी के गुण ग्रहण करन तो बिना रब की भगती हो ही नहीं सकती। गुण ग्रहण करना ही रब की बंदगी है। रब दयालु कृपालु मेहरबान है, असी दयालु कृपालु मेहरबान परोपकारी बन जाए, यही तो रब की भगती है। रब की भगती ये नहीं कि मैं उवा माड़ा फेरी जां ते अंदरों कठोर होकर लोगों को तेनों श्राप दे देवांगे, कोई भगती नहीं है। ये भगती के नां ते मनुखता का शोषण तो हो रहा है। रब की भगती है कि रब वर्गे बन के दुनिया च विचरीए, इहो जिहा साडा सुभाव बन जाए। दुनिया कह के तो रब ही है इस धरती ते आ गया, ये तो रब का रूप ने बंदे। सतगुरु जी सानू इहो जिहा बनाउणा चाहुंदे ने। जदों अजिही अवस्था बन गई, सतगुरु जी ने पोख सुहंदा सर्ब सुख, वाहिगुरु जी की बख्श सदका जो ये दात मिल गई, साडा जीवन सोहना बन जाएगा। सारे ही सुख सानू जिंदगी च मिल जाएंगे, कोई दुख साडी जिंदगी च रहेगा नहीं। सर्ब सुख सारे सुख मिल जाएंगे। कदों? जो वाहिगुरु जी की बख्शिश हो जाएगी। सतगुरु जी मेहर करन, गुरु के ये अमृत बचन साडे हिरदियां च वसन जी। इन्नियां बेनतियां प्रवान करनियां, भुल चुक दी खिमा। सतगुरु सच्चे पातशाह समूह संगतां नूं अपने दरों घरों नाम बाणी का प्यार बख्श के करतार करन जी। प्यार सहित सारे ही बुलाओ। वाहिगुरु जी का खालसा, वाहिगुरु जी की